ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸੁਖਮਨੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ ਸੁਖਮਨੀ ਸਾਹਿਬ ਜੀ ਦੇ 8 ਸ਼ਲੋਕਾਂ ਦੀ ਵਿਚਾਰ ਜਿਹੜੀ ਹੈ ਉਹ ਸਾਂਝੀ ਕੀਤੀ ਹੈ। ਅੱਜ ਅਸੀਂ 9ਵੀਂ ਅਸ਼ਟਪਦੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਸੁਖਮਨੀ ਸਾਹਿਬ ਜੀ ਦਾ ਕੇਂਦਰੀ ਭਾਵ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਯਾਨੀ ਜੋ ਸੁਖਾਂ ਦੀ ਮਣੀ ਹੈ, ਭਾਵ ਸੁਖਾਂ ਦਾ ਜੋ ਮੂਲ ਹੈ ਉਹ ਹੈ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਹੁਕਮ। ਯਾਨੀ ਜੋ ਹੁਕਮ ਰਜ਼ਾ ਦੇ ਅੰਦਰ ਚੱਲੇਗਾ ਉਹ ਜੀਵਨ ਦੇ ਅੰਦਰ ਸੁਖ ਸ਼ਾਂਤੀ ਆਨੰਦ ਖੇੜਾ ਪ੍ਰਸੰਨਤਾ ਪਾ ਲਵੇਗਾ। ਰੱਬ ਦਾ ਹੁਕਮ ਸਾਰੇ ਸੁੱਖਾਂ ਦਾ ਮੂਲ ਹੈ ਤੇ ਰੱਬ ਦੇ ਭਗਤ ਪਿਆਰੇ ਉਹ ਨੇ ਜੋ ਹੁਕਮ ਦੇ ਅੰਦਰ ਤੁਰਦੇ ਨੇ, ਜੋ ਉਸ ਹੁਕਮ ਦੀ ਪ੍ਰੀਤ ਨੂੰ ਆਪਣੇ ਮਨ ਵਿੱਚ ਵਸਾਉਂਦੇ ਨੇ, ਭਾਵ ਮਨ ਕਰਕੇ ਰੱਬੀ ਹੁਕਮ ਦੀ ਪਾਲਣਾ ਕਰਦੇ ਨੇ। ਆਓ ਅਗਲੀ ਵਿਚਾਰ ਦੇ ਨਾਲ ਜੁੜੀਏ। ਉਰ ਧਾਰ ਹੈ ਜੋ ਅੰਤਰ ਨਾਮ। ਉਰ ਦਾ ਮਤਲਬ ਹਿਰਦਾ, ਨਾਮ ਦਾ ਮਤਲਬ ਹੁਕਮ। ਜੋ ਮਨੁੱਖ ਸਦਾ ਆਪਣੇ ਹਿਰਦੇ ਦੇ ਅੰਦਰ ਪ੍ਰਭੂ ਦੇ ਹੁਕਮ ਨੂੰ ਟਿਕਾਉਂਦਾ ਹੈ, ਇਹ ਸੋਚ ਬਣਾ ਲੈਂਦਾ ਹੈ ਕਿ ਰੱਬ ਦਾ ਹੁਕਮ ਹੀ ਇਸ ਸੰਸਾਰ ਨੂੰ ਚਲਾ ਰਿਹਾ ਹੈ। ਰੱਬੀ ਹੁਕਮ ਦੇ ਅੰਦਰ ਸਾਰੀ ਉਤਪत्ति, ਲੈਤਾ, ਪਾਲਣਾ ਔਰ ਸੰਚਾਲਨ ਹੋ ਰਿਹਾ ਹੈ। ਆਪਣੀ ਸੋਚ ਦੇ ਅੰਦਰ ਪ੍ਰਭੂ ਦੇ ਹੁਕਮ ਨੂੰ ਵਸਾਉਂਦਾ ਹੈ। ਸਰਬ ਮੈਂ ਪੇਖੈ ਭਗਵਾਨ। ਤੇ ਦੂਜਾ ਕੰਮ ਉਹ ਸਾਰਿਆਂ ਦੇ ਅੰਦਰ ਰੱਬ ਨੂੰ ਵੇਖਦਾ ਹੈ। ਰੱਬ ਨੂੰ ਸਾਰਿਆਂ ਦੇ ਵਿੱਚ ਵੇਖਦਾ ਹੈ ਕਿ ਹਰ ਹਿਰਦੇ ਵਿੱਚ, ਹਰ ਸਰੀਰ ਵਿੱਚ, ਹਰ ਥਾਂ ਤੇ ਰੱਬ ਰਮਿਆ ਹੋਇਆ ਹੈ। ਰੱਬ ਨੂੰ ਕਿਤੇ ਇਸ ਕੁਦਰਤ ਤੋਂ ਉਹ ਵੱਖਰਾ ਨਹੀਂ ਵੇਖਦਾ, ਰਮਿਆ ਹੋਇਆ ਵੇਖਦਾ ਹੈ। ਨਿਮਕ ਨਿਮਕ ਠਾਕੁਰ ਨਮਸਕਾਰ ਹੈ। ਹਰ ਪਲ ਆਪਣੇ ਪ੍ਰਭੂ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹੈ, ਭਾਵ ਨਿਮਰਤਾ ਦੇ ਨਾਲ ਰੱਬੀ ਹੁਕਮ ਵਿੱਚ ਤੁਰਦਾ ਹੈ। ਨਿਮਰਤਾ ਦੇ ਨਾਲ ਰੱਬੀ ਹੁਕਮ ਦੇ ਅੰਦਰ ਤੁਰਦਾ ਹੈ। ਨਾਨਕ ਉਹ ਅਪਰਸ ਸਗਲ ਨਿਸਤਾਰ ਹੈ। ਇਹਨੂੰ ਅਪਰਸ ਨਹੀਂ ਪੜਨਾ। ਬਹੁਤ ਸਾਰੇ ਵੀਰ ਭੈਣਾਂ ਅਪਰਸ ਪੜ੍ਹਦੇ ਨੇ। ਅਪਰਸ ਨਹੀਂ, ਇਹ ਸ਼ਬਦ ਹੈ ਅਪਰਸ। ਨਾਨਕ ਉਹ ਅਪਰਸ ਸਗਲ ਨਿਸਤਾਰ ਹੈ। ਹੁਣ ਜੋ ਅਪਰਸ ਹੈ ਇੱਥੇ ਉਹਦਾ ਅਸਲ ਰੂਪ ਦੱਸ ਰਹੇ ਨੇ। ਬਹੁਤ ਸਾਰੇ ਐਸੇ ਲੋਕ ਨੇ ਜੋ ਕਿਸੇ ਧਾਤੂ ਨੂੰ ਟੱਚ ਨਹੀਂ ਕਰਦੇ, ਜੋ ਕਿਸੇ ਨੂੰ ਆਪਣੇ ਸਰੀਰ ਦੇ ਨਾਲ ਸਪਰਸ਼ ਨਹੀਂ ਕਰਨ ਦਿੰਦੇ ਔਰ ਕਿਸੇ ਦੇ ਨਾਲ ਆਪ ਵੀ ਸਪਰਸ਼ ਨਹੀਂ ਕਰਦੇ। ਆਪਣਾ ਭੋਜਨ ਵੀ ਆਪ ਬਣਾ ਕੇ ਖਾਂਦੇ ਨੇ, ਇੰਨੀ ਸੁਚਮਤਾ ਰੱਖਦੇ ਨੇ। ਉਹਨੂੰ ਕਹਿੰਦੇ ਨੇ ਅਪਰਸ। ਜੋ ਕਿਸੇ ਧਾਤੂ ਨੂੰ ਟੱਚ ਨਹੀਂ ਕਰਦਾ, ਜੋ ਕਿਸੇ ਨੂੰ ਆਪਣੇ ਨਾਲ ਟੱਚ ਨਹੀਂ ਕਰਨ ਦਿੰਦਾ, ਜੋ ਦੂਜੇ ਨੂੰ ਟੱਚ ਨਹੀਂ ਕਰਦਾ, ਆਪਣਾ ਭੋਜਨ ਵੀ ਆਪ ਬਣਾ ਕੇ ਖਾਂਦਾ ਹੈ, ਉਹਨੂੰ ਕਹਿੰਦੇ ਨੇ ਅਪਰਸ। ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਕਰਮ ਕਰਨ ਦੇ ਨਾਲ ਜੇ ਕੋਈ ਕਹੇ ਕਿ ਮੈਨੂੰ ਰੱਬ ਮਿਲ ਜਾਏਗਾ, ਜੇ ਇਹ ਰੱਬ ਦੀ ਭਗਤੀ ਹੈ, ਤਾਂ ਨਾ ਇਹਦਾ ਰੱਬ ਦੀ ਭਗਤੀ ਦੇ ਨਾਲ ਕੋਈ ਸੰਬੰਧ ਹੈ ਔਰ ਨਾ ਹੀ ਇਸ ਤਰ੍ਹਾਂ ਰੱਬ ਦੀ ਪ੍ਰਾਪਤੀ ਹੀ ਸਾਨੂੰ ਹੋ ਸਕਦੀ ਹੈ। ਇਸ ਤਰ੍ਹਾਂ ਕੁਛ ਨਹੀਂ ਹੁੰਦਾ। ਇਸ ਲਈ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਅਸਲ ਅਪਰਸ ਕੌਣ ਹੈ। ਨਾਨਕ ਉਹ ਅਪਰਸ ਸਗਲ ਨਿਸਤਾਰ ਹੈ। ਕੌਣ ਹੈ ਅਸਲ ਅਪਰਸ? ਜਿਹੜਾ ਆਪਣੇ ਹਿਰਦੇ ਦੇ ਅੰਦਰ ਆਪਣੀ ਸੋਚ ਵਿੱਚ ਪ੍ਰਭੂ ਦੇ ਹੁਕਮ ਨੂੰ ਵਸਾਉਂਦਾ ਹੈ, ਹੁਕਮ ਦੀ ਪ੍ਰੀਤ ਨੂੰ ਵਸਾਉਂਦਾ ਹੈ, ਜੋ ਸਾਰਿਆਂ ਦੇ ਅੰਦਰ ਰੱਬ ਵਸਦੇ ਹੋਏ ਰੱਬ ਨੂੰ ਵੇਖਦਾ ਹੈ ਔਰ ਸਭ ਦੇ ਨਾਲ ਰੱਬ ਵਰਗਾ ਪਿਆਰ ਔਰ ਸਤਿਕਾਰ ਕਰਦਾ ਹੈ, ਜੋ ਹਰ ਪਲ ਠਾਕੁਰ ਨੂੰ ਨਮਸਕਾਰ ਕਰਦਾ ਹੈ, ਭਾਵ ਹਰ ਪਲ ਰੱਬੀ ਰਜ਼ਾ ਵਿੱਚ ਤੁਰਦਾ ਹੈ। ਅਸਲ ਦੇ ਅੰਦਰ ਉਹ ਅਪਰਸ ਹੈ ਜਿਹੜਾ ਮਾਇਆ ਦੀ ਛੋਹ ਤੋਂ ਬੇਲਾਗ ਹੈ, ਵਿਕਾਰਾਂ ਤੋਂ ਰਹਿਤ ਹੈ। ਸਗਲ ਨਿਸਤਾਰੇ ਦਾ ਮਤਲਬ ਉਹ ਸਾਰੇ ਜੀਵਾਂ ਨੂੰ ਸੰਸਾਰ ਸਾਗਰ ਤੋਂ ਪਾਰ ਕਰਨ ਦੇ ਯੋਗ ਹੈ। ਐਸੇ ਬੰਦੇ ਦੇ ਨਾਲ ਜੇ ਕੋਈ ਐਸੇ ਬੰਦੇ ਦੀ ਸੰਗਤ ਕਰੇਗਾ, ਐਸੇ ਗੁਣਾਂ ਦਾ ਧਾਰਨੀ ਹੋਏਗਾ, ਤਾਂ ਉਹ ਇਨਸਾਨ ਵਿਕਾਰਾਂ ਤੋਂ, ਪਾਪਾਂ ਤੋਂ ਬਚ ਜਾਏਗਾ। ਇਸ ਲਈ ਅਪਰਸ ਉਹ ਹੈ ਜੋ ਮਾਇਆ ਦੀ ਛੋਹ ਤੋਂ ਪਰੇ ਹੈ, ਜਿਸ ਦੇ ਅੰਦਰ
ਪਾਪ ਨਹੀਂ, ਵਿਕਾਰ ਨਹੀਂ, ਜਿਹਦੀ ਸੋਚ ਦੇ ਅੰਦਰ ਰੱਬ ਹੈ, ਜੋ ਸਾਰਿਆਂ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਦਾ ਹੈ, ਰੱਬੀ ਰਜ਼ਾ ਵਿੱਚ ਤੁਰਦਾ ਹੈ, ਰੱਬੀ ਹੁਕਮ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ ਔਰ ਵਿਕਾਰਾਂ ਤੋਂ ਅਛੋ ਰਹਿੰਦਾ ਹੈ, ਸੁਰਤ ਦੇ ਅੰਦਰ ਆਪਣਾ ਕੋਈ ਵਿਕਾਰ ਨਹੀਂ ਆਉਣ ਦਿੰਦਾ, ਅਸਲ ਦੇ ਅੰਦਰ ਉਹ ਅਪਰਸ ਹੈ, ਉਹ ਸਾਰਿਆਂ ਦਾ ਪਾਰ ਉਤਾਰਾ ਕਰਦਾ ਹੈ, ਭਾਵ ਕਿ ਜੀਵਾਂ ਨੂੰ ਵਿਕਾਰਾਂ ਤੋਂ ਬਚਣ ਦਾ ਉਪਦੇਸ਼ ਕਰਦਾ ਹੈ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਮਿਥਿਆ ਨਾਹੀ ਰਸਨਾ ਪਰਸ। ਹੁਣ ਉਸ ਅਪਰਸ ਦੀ ਜਿਹਦੀ ਗੱਲ ਕੀਤੀ ਹੈ ਨਾ, ਅੱਗੇ ਉਸ ਅਪਰਸ ਦਾ ਜੀਵਨ ਦੱਸ ਰਹੇ ਨੇ। ਮਿਥਿਆ ਦਾ ਮਤਲਬ ਝੂਠ, ਮਿਥਿਆ ਨਾਹੀ ਰਸਨਾ ਪਰਸ, ਉਹ ਝੂਠ ਨੂੰ ਆਪਣੀ ਜੀਭ ਦੇ ਨਾਲ ਨਹੀਂ ਛੂਣ ਦਿੰਦਾ। ਅਪਰਸ ਉਹ ਹੈ ਜੋ ਝੂਠ ਨੂੰ ਆਪਣੀ ਜੀਭ ਦੇ ਨਾਲ ਨਹੀਂ ਛੂਣ ਦਿੰਦਾ, ਨਿੰਦਾ ਨੂੰ, ਝੂਠ ਨੂੰ, ਕ੍ਰੋਧ ਨੂੰ, ਵਿਕਾਰਾਂ ਨੂੰ, ਪਾਪਾਂ ਨੂੰ ਜ਼ਬਾਨ ਦੇ ਨਾਲ ਟੱਚ ਨਹੀਂ ਹੋਣ ਦਿੰਦਾ, ਜ਼ਬਾਨ ਦੇ ਨਾਲ ਝੂਠ ਨਹੀਂ ਬੋਲਦਾ, ਜਿਹਦੀ ਰਸਨਾ ਦੇ ਨਾਲ ਝੂਠ ਪਾਪ ਟੱਚ ਵੀ ਨਹੀਂ ਕਰਦਾ। ਮਨ ਮਹਿ ਪ੍ਰੀਤ ਨਿਰੰਜਨ ਦਰਸ਼, ਦਰਸ਼ ਦਾ ਮਤਲਬ ਦਰਸ਼ਨ, ਨਿਰੰਜਨ ਦਾ ਮਤਲਬ ਮਾਇਆ ਦੀ ਕਾਲਕ ਤੋਂ ਰਹਿਤ। ਮਨ ਦੇ ਅੰਦਰ ਉਹ ਅਕਾਲ ਪੁਰਖ ਦੇ ਦੀਦਾਰ ਦੀ ਤਾਂਘ ਰੱਖਦਾ ਹੈ, ਸਾਰਿਆਂ ਦੇ ਵਿੱਚ ਉਹ ਰੱਬ ਨੂੰ ਵੇਖਦਾ ਹੈ। ਉਹਦੇ ਮਨ ਦੇ ਅੰਦਰ ਇਹੋ ਹੀ ਤਾਂਘ ਹੈ ਕਿ ਮੈਂ ਚਾਰ ਚੁਫੇਰੇ ਉਸ ਮਾਲਕ ਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ ਤੱਕਾਂ, ਔਰ ਸਾਰਿਆਂ ਦੇ ਅੰਦਰ ਉਹ ਰੱਬ ਨੂੰ ਵੇਖਦਾ ਹੈ, ਸਾਰਿਆਂ ਦੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰਦਾ ਹੈ। ਐਸੀ ਉਹਦੇ ਮਨ ਦੇ ਅੰਦਰ ਤਾਂਘ ਹੈ। ਤਾਂ ਦੇਖੋ, ਇਹ ਪਾਵਨ ਬਾਣੀ ਜਿਹੜੀ ਹੈ ਕੇਵਲ ਪੜ੍ਹਨ ਸੁਣਨ ਔਰ ਵਿਚਾਰਨ ਵਾਸਤੇ ਨਹੀਂ, ਅਸੀਂ ਸਾਰੇ ਵੀਰਾਂ ਭੈਣਾਂ ਨੇ ਟਰਾਈ ਕਰਨੀ ਹੈ, ਯਤਨ ਕਰਨਾ ਹੈ ਇਹਨਾਂ ਚੀਜ਼ਾਂ ਨੂੰ ਅਮਲ ਵਿੱਚ ਲਿਆਉਣ ਦਾ। ਜਿਹੜਾ ਇਨਸਾਨ ਇਹਨਾਂ ਚੀਜ਼ਾਂ ਨੂੰ ਅਮਲ ਵਿੱਚ ਲਿਆਏਗਾ, ਉਹਦੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਆਏਗੀ, ਉਹ ਇਨਸਾਨ ਮਹਾਨ ਹੋਏਗਾ, ਉਹ ਆਨੰਦ ਮਾਣੇਗਾ, ਅਸਲ ਧਰਮੀ ਹੋਏਗਾ, ਉਹ ਅਸਲ ਰੱਬ ਦਾ ਪਿਆਰਾ ਹੋਏਗਾ। ਤਾਂ ਅਸਾਂ ਆਪਣੇ ਜੀਵਨ ਵੱਲ ਧਿਆਨ ਦੇਣਾ ਹੈ ਔਰ ਆਪਣੇ ਜੀਵਨ ਨੂੰ, ਆਪਣੀ ਸੋਚ ਨੂੰ ਗੁਰਬਾਣੀ ਮੁਤਾਬਕ ਬਣਾਉਣ ਦਾ ਯਤਨ ਕਰਨਾ ਹੈ। ਪਾਰਤ੍ਰੇ ਰੂਪ ਨਾ ਪੇਖੈ ਨੇਤਰ, ਉਹ ਅੱਖਾਂ ਦੇ ਨਾਲ ਪਰ ਇਸਤਰੀ ਪਰ ਪੁਰਖ ਦੇ ਰੂਪ ਨੂੰ ਕਾਮੁਕ ਨਜ਼ਰਾਂ ਦੇ ਨਾਲ ਨਹੀਂ ਤੱਕਦਾ, ਯਾਨੀ ਆਪਣੀਆਂ ਅੱਖਾਂ ਨੂੰ ਪਰਾਈ ਇਸਤਰੀ ਦੇ ਰੂਪ ਨੂੰ ਪਰਸਨ ਵੀ ਨਹੀਂ ਦਿੰਦਾ ਵਿਕਾਰੀ ਦ੍ਰਿਸ਼ਟੀ ਦੇ ਨਾਲ। ਇਹਦਾ ਮਤਲਬ ਇਹ ਨਹੀਂ ਕਿ ਔਰਤ ਵੱਲੋਂ ਵੇਖਦਾ ਨਹੀਂ ਜਾਂ ਔਰਤ ਪਰਾਏ ਪੁਰਸ਼ ਵੱਲ ਵੇਖਦੀ ਨਹੀਂ, ਗੱਲ ਵੇਖਣ ਦੀ ਨਹੀਂ ਹੈ, ਗੱਲ ਅੰਦਰ ਦੇ ਨਜ਼ਰੀਏ ਦੀ ਹੈ ਕਿ ਅਸੀਂ ਕਿਸੇ ਨੂੰ ਕਿਸ ਸੋਚ ਦੇ ਨਾਲ ਵੇਖ ਰਹੇ ਹਾਂ। ਜੋ ਅਪਰਸ ਹੈ, ਜੋ ਰੱਬ ਦਾ ਪਿਆਰਾ ਹੈ, ਜਿਹਦੇ ਅੰਦਰ ਇਨਸਾਨੀਅਤ ਹੈ, ਜਿਸ ਨਜ਼ਰ ਦੇ ਨਾਲ, ਜਿਸ ਨਜ਼ਰੀਏ ਦੇ ਨਾਲ ਆਪਣੀ ਬੇਟੀ ਨੂੰ, ਭੈਣ ਨੂੰ ਔਰ ਮਾਂ ਨੂੰ ਵੇਖਦਾ ਨਾ, ਉਸੇ ਨਜ਼ਰੀਏ ਦੇ ਨਾਲ ਹੀ ਉਹ ਦੂਸਰੀ ਔਰਤ ਨੂੰ ਵੀ ਤੱਕਦਾ ਹੈ। ਜਿਸ ਨਜ਼ਰੀਏ ਦੇ ਨਾਲ ਔਰਤ ਆਪਣੇ ਭਰਾ, ਬੇਟੇ ਔਰ ਪਿਤਾ ਨੂੰ ਤੱਕਦੀ ਹੈ ਨਾ, ਆਪਣੇ ਪਤੀ ਤੋਂ ਇਲਾਵਾ ਬਾਕੀ ਪੁਰਸ਼ਾਂ ਨੂੰ ਵੀ ਉਸੇ ਨਜ਼ਰ ਦੇ ਨਾਲ ਹੀ ਤੱਕਦੀ ਹੈ, ਉਹਨੂੰ ਅਸੀਂ ਅਪਰਸ ਕਹਿ ਸਕਦੇ ਹਾਂ। ਹੁਣ ਜੇ ਕੋਈ ਸਰੀਰ ਨੂੰ ਤੇ ਟੱਚ ਨਹੀਂ ਕਰਨ ਦਿੰਦਾ, ਆਪਣੇ ਪ੍ਰਸ਼ਾਦਾ ਪਾਣੀ ਆਪ ਬਣਾ ਕੇ ਖਾਂਦਾ ਹੈ, ਲੇਕਿਨ ਜੇ ਪਰਾਈ ਔਰਤ ਨੂੰ ਜਾਂ ਪਰਾਏ ਧਨ ਨੂੰ ਕਾਮੁਕ ਔਰ ਲਲਚਾਈਆਂ ਨਜ਼ਰਾਂ ਦੇ ਨਾਲ ਤੱਕਦਾ ਹੈ, ਤਾਂ ਉਹਨੂੰ ਅਪਰਸ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸੋਚ ਪਵਿੱਤਰ ਚਾਹੀਦੀ ਹੈ। ਸਾਧ ਕੀ ਟਹਿਲ ਸੰਤ ਸੰਗ ਹੇਤ, ਉਹ ਭਲੇ ਪੁਰਸ਼ਾਂ ਦੀ ਸੇਵਾ ਕਰਦਾ ਹੈ ਔਰ ਗੁਰੂ ਦੀ ਸੰਗਤ ਵਿੱਚ ਰਹਿੰਦਾ ਹੈ। ਸਾਧ ਕੀ ਟਹਿਲ ਸੰਤ ਸੰਗ ਹੇਤ, ਗੁਰੂ ਦੀ ਸੇਵਾ ਕਰਦਾ ਹੈ, ਗੁਰੂ ਦੇ ਪਿਆਰ ਵਿੱਚ ਵਿਚਰਦਾ ਹੈ, ਚੰਗੇ ਸੰਗਤਾਂ ਦੀ, ਚੰਗੇ ਪਿਆਰਿਆਂ ਦੀ, ਰੱਬ ਦੇ ਪਿਆਰਿਆਂ ਦੀ ਉਹ ਸੰਗਤ ਕਰਦਾ ਹੈ, ਮਾੜੇ ਪੁਰਸ਼ਾਂ ਦੀ ਸੰਗਤ ਨਹੀਂ ਕਰਦਾ। ਉਹ ਚੰਗੇ ਪੁਰਸ਼ਾਂ ਦੀ ਸੰਗਤ ਵਿੱਚ ਰਹਿੰਦਾ ਹੈ, ਗੁਰੂ ਦੇ ਨਾਲ ਉਸ ਦੀ ਪ੍ਰੀਤ ਹੈ, ਗੁਰੂ ਦੇ ਗਿਆਨ ਮੁਤਾਬਕ ਉਹ ਜ਼ਿੰਦਗੀ ਜੀਂਦਾ ਹੈ, ਗੁਰੂ ਦੇ ਦੱਸੇ ਰਾਹਾਂ ਦੇ ਉੱਤੇ ਉਹ ਜੀਵਨ ਬਿਤਾਉਂਦਾ ਹੈ। ਉਹਦਾ ਜੀਵਨ ਇਸ ਕਿਸਮ ਦਾ ਹੈ, ਉਹਨੂੰ ਅਸੀਂ ਅਪਰਸ ਕਹਿ ਸਕਦੇ ਹਾਂ।
ਕਰਨ ਨਾ ਸੁਨੈ ਕਾਹੂ ਕੀ ਨਿੰਦਾ। ਅਸਲ ਅਪਰਸ ਉਹ ਹੈ ਜੋ ਕੰਨਾਂ ਦੇ ਨਾਲ ਕਿਸੇ ਦੀ ਨਿੰਦਾ ਨਹੀਂ ਸੁਣਦਾ। ਜਿਹੜੀ ਬਦਖੋਈ ਹੈ ਕਿਸੇ ਦੀ, ਝੂਠ ਹੈ, ਪਾਪ ਹੈ, ਵਿਕਾਰ ਹੈ, ਐਸੇ ਬੋਲਾਂ ਨੂੰ ਆਪਣੇ ਕੰਨਾਂ ਦੇ ਨਾਲ ਛੂਹਣ ਵੀ ਨਹੀਂ ਦਿੰਦਾ। ਹੁਣ ਆਮ ਜੋ ਮਨੁੱਖ ਹੈ ਨਾ, ਜਦੋਂ ਅਸੀਂ ਆਮ ਬੰਦੇ ਵੱਲ ਦੇਖਦੇ ਹਾਂ ਜਾਂ ਆਪਣੇ ਜੀਵਨ ਵੱਲ ਝਾਤ ਮਾਰਦੇ ਹਾਂ, ਤਾਂ ਸਾਨੂੰ ਕਿੰਨਾ ਰਸ ਆਉਂਦਾ ਹੈ ਜਦੋਂ ਅਸੀਂ ਕਿਸੇ ਦੀ ਬਦਖੋਈ ਸੁਣ ਰਹੇ ਹੁੰਦੇ ਹਾਂ ਘੰਟਿਆਂ ਬੱਧੀ। ਤੇ ਵੈਸੇ ਅਸੀਂ ਕਹਿੰਦੇ ਹਾਂ ਜੀ ਅਸੀਂ ਆਪਣਾ ਪ੍ਰਸ਼ਾਦਾ ਆਪ ਬਣਾ ਕੇ ਖਾਂਦੇ ਹਾਂ, ਜਾਂ ਅਸੀਂ ਕਿਸੇ ਦੇ ਨਾਲ ਟੱਚ ਨਹੀਂ ਕਰਦੇ ਜੇ ਅਸੀਂ ਤੀਰਥਾਂ ਤੇ ਨਹਾਉਂਦੇ ਹਾਂ, ਬੜੀ ਪਵਿੱਤਰਤਾ ਹੈ ਬਾਹਰ ਦੀ। ਤਾਂ ਗੁਰੂ ਜੀ ਕਹਿੰਦੇ ਨੇ ਅਸਲ ਅਪਰਸ ਉਹ ਹੈ ਜੋ ਕੰਨਾਂ ਦੇ ਨਾਲ ਕਿਸੇ ਦੀ ਬਦਖੋਈ ਨਹੀਂ ਸੁਣਦਾ, ਸਗੋਂ ਸਭ ਤੇ ਜਾਣੈ ਆਪਸ ਕੋ ਮੰਦਾ। ਉਹ ਆਪਣੇ ਆਪ ਨੂੰ ਮਾੜਾ ਸਮਝਦਾ ਹੈ। ਮਾੜਾ ਸਮਝਣ ਦਾ ਮਤਲਬ ਆਪਣੇ ਅੰਦਰ ਉਹਦੇ ਨਿਮਰਤਾ ਹੈ, ਉਹ ਆਪਣੇ ਅੰਦਰ ਔਗਣ ਵੇਖਦਾ ਕਿ ਮੇਰੇ ਅੰਦਰ ਕਿੰਨੇ ਔਗਣ ਨੇ। ਹੁਣ ਆਮ ਅਸੀਂ ਕਹਿੰਦੇ ਆ ਨਾ, ਦੂਜੇ ਵੱਲ ਝਾਤ ਮਾਰਨ ਦੀ ਬਜਾਏ ਆਪਣੇ ਮੰਜੇ ਥੱਲੇ ਸੋਟਾ ਮਾਰ ਲਓ। ਹੁਣ ਆਪਣੇ ਮੰਜੇ ਥੱਲੇ ਸੋਟਾ ਮਾਰਨ ਦਾ ਮਤਲਬ ਹੈ ਕਿ ਅੰਦਰ ਜ਼ਰੂਰ ਝਾਤ ਮਾਰ ਲਓ। ਜਿਹੜੇ ਦੋਸ਼ ਦੂਜਿਆਂ ਤੇ ਥੱਪ ਰਹੇ ਹੋ, ਦੂਜਿਆਂ ਤੇ ਦੋਸ਼ ਥੱਪਣ ਤੋਂ ਪਹਿਲਾਂ ਆਪਣੀ ਸੋਚ ਵੱਲ ਵੇਖੋ ਕਿ ਤੁਹਾਡੀ ਸੋਚ ਵੀ ਤੇ ਉਵੇਂ ਦੀ ਨਹੀਂ, ਤੁਹਾਡੇ ਵਿੱਚ ਵੀ ਕਿਉਂ ਗੁਨਾਹ ਨਹੀਂ। ਬਾਬਾ ਫਰੀਦ ਜੀ ਕਹਿੰਦੇ ਨੇ ਨਾ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਕਿ ਜੇ ਤੈਨੂੰ ਰੱਬ ਨੇ ਬਰੀਕ ਬੁੱਧੀ ਬਖਸ਼ਿਸ਼ ਕੀਤੀ ਹੈ, ਤੇਰੇ ਅੰਦਰ ਗਿਆਨ ਹੈ, ਤਾਂ ਲੋਕਾਂ ਦੇ ਕਾਲੇ ਲੇਖੇ ਨਾ ਲਿਖਦਾ ਰਹੋ, ਲੋਕਾਂ ਦੇ ਔਗਣ ਨਾ ਵੇਖਦਾ ਰਹੋ, ਸਗੋਂ ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ। ਆਪਣੀ ਬੁੱਕਲ ਵਿੱਚ ਝਾਤ ਮਾਰ, ਪਰ ਆਪਣੇ ਔਗਣ ਤਾਂ ਦਿਸਣਗੇ ਜੇ ਸਿਰ ਨੀਵਾਂ ਕਰਾਂਗੇ। ਨੀਵਾਂ ਕਰਨ ਦਾ ਮਤਲਬ ਜੇ ਨਿਮਰਤਾ ਹੋਏਗੀ ਤਾਂ ਗੁਰੂ ਜੀ ਕਹਿੰਦੇ ਨੇ ਉਹ ਹੈ ਅਪਰਸ ਜੋ ਕਿਸੇ ਦੀ ਨਿੰਦਾ ਬਦਖੋਈ ਨਹੀਂ ਸੁਣਦਾ, ਸਗੋਂ ਨਿਮਰਤਾ ਦੇ ਨਾਲ ਆਪਣੇ ਔਗਣਾਂ ਨੂੰ ਵੇਖ ਕੇ ਉਹਨਾਂ ਔਗਣਾਂ ਨੂੰ ਦੂਰ ਕਰਨ ਦਾ ਯਤਨ ਕਰਦਾ। ਗੁਰ ਪ੍ਰਸਾਦ ਵਿਖਿਆ ਪਰ ਹਰੈ। ਪਰ ਹਰੈ ਦਾ ਮਤਲਬ ਤਿਆਗ ਦੇਵੇ, ਵਿਖਿਆ ਦਾ ਮਤਲਬ ਬੁਰਿਆਈ, ਮਾਇਆ। ਵਿਖਿਆ ਦਾ ਮਤਲਬ ਜ਼ਹਿਰ, ਮਾਇਆ। ਅਸਲ ਦੇ ਅੰਦਰ ਅਪਰਸ ਉਹ ਹੈ ਜੋ ਗੁਰੂ ਦੇ ਗਿਆਨ ਰਾਹੀਂ ਆਪਣੇ ਅੰਦਰੋਂ ਮਾਇਆ ਨੂੰ ਤਿਆਗ ਦੇਵੇ, ਮਾਇਆ ਨੂੰ ਪਰੇ ਹਟਾ ਦੇਵੇ। ਤੇ ਮਾਇਆ ਆਪਾਂ ਬਾਰ-ਬਾਰ ਇਹ ਚੀਜ਼ ਵਿਚਾਰ ਰਹੇ ਹਾਂ, ਮਾਇਆ ਦਾ ਮਤਲਬ ਪੈਸਾ ਜਾਂ ਔਰਤ ਨਹੀਂ। ਮਾਇਆ ਦਾ ਮਤਲਬ ਉਹ ਸੋਚ, ਜਿਹੜੀ ਸੋਚ ਸਾਨੂੰ ਇੱਕ ਦੂਜੇ ਵਿੱਚ ਰੱਬ ਨਹੀਂ ਵੇਖਣ ਦਿੰਦੀ, ਜਿਹੜੀ ਸੋਚ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਜਿਹੜੀ ਸੋਚ ਸਾਨੂੰ ਅੰਦਰੋਂ ਹੋਰ ਤੇ ਬਾਹਰੋਂ ਹੋਰ ਬਣਾਉਂਦੀ ਹੈ, ਉਸ ਸੋਚ ਨੂੰ ਮਾਇਆ ਕਹਿੰਦੇ ਨੇ। ਤੇ ਐਸੀ ਸੋਚ ਜਿਹੜੀ ਉਹ ਜ਼ਹਿਰ ਹੈ ਨਿਰੀ, ਕਿਉਂਕਿ ਐਸੀ ਸੋਚ ਦੇ ਨਾਲ ਮਨੁੱਖ ਦੇ ਅੰਦਰੋਂ ਮਨੁੱਖਤਾ ਮਰ ਜਾਂਦੀ ਹੈ, ਇਨਸਾਨੀਅਤ ਮਰ ਜਾਂਦੀ ਹੈ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਅਸਲ ਅਪਰਸ ਉਹ ਹੈ ਜੋ ਆਪਣੀ ਸੋਚ ਨੂੰ ਬੁਰਾਈਆਂ ਦੇ ਨਾਲ ਟੱਚ ਨਾ ਹੋਣ ਦੇਵੇ, ਕਿਸੇ ਬੁਰਾਈ ਨੂੰ ਆਪਣੀ ਸੋਚ ਨਾਲ ਟੱਚ ਵੀ ਨਾ ਹੋਣ ਦੇਵੇ, ਸਗੋਂ ਆਪਣੀ ਸੋਚ ਦੇ ਅੰਦਰੋਂ ਇਹਨਾਂ ਵਿਕਾਰਾਂ ਨੂੰ ਬਾਹਰ ਕੱਢ ਦੇਵੇ। ਮਨ ਕੀ ਬਾਸਨਾ ਮਨ ਤੇ ਟਰੈ। ਟਰੇ ਦਾ ਮਤਲਬ ਟਲ ਜਾਂਦੀ ਹੈ, ਬਾਸਨਾ ਦਾ ਮਤਲਬ ਵਾਸ਼ਨਾ, ਜੋ ਸਾਡੇ ਅੰਦਰ ਫੁਰਨੇ ਨੇ ਮਾੜੇ। ਸਾਡੇ ਅੰਦਰ ਮਾੜੇ ਫੁਰਨੇ ਨੇ ਨਾ ਆਮ ਬੰਦੇ ਦੇ ਅੰਦਰ, ਕਿਸੇ ਦੀ ਨਿੰਦਾ ਕਰਨੀ, ਕਿਸੇ ਦੀ ਚੁਗਲੀ ਕਰਨੀ, ਝੂਠ ਬੋਲਣਾ, ਈਰਖਾ ਕਰਨੀ, ਹੰਕਾਰ ਕਰਨਾ, ਬੇਗਾਨੇ ਹੱਕ ਕਰ ਖਾਣੇ ਜਾਂ ਬੇਗਾਨੀ ਈਰਖਾ ਦੇ ਵਿੱਚ ਸੜਦੇ ਰਹਿਣਾ। ਸਾਰੀਆਂ ਫੁਰਨੇ ਸਾਡੇ ਅੰਦਰ ਹੀ ਪਹਿਲਾਂ ਫੁਰਦੇ ਨੇ। ਪਹਿਲਾ ਵਿਚਾਰ ਹੀ ਪੈਦਾ ਹੁੰਦੀ ਹੈ, ਫਿਰ ਅਸੀਂ ਉਹਨਾਂ ਵਿਚਾਰਾਂ ਨੂੰ ਅਮਲ ਵਿੱਚ ਲਿਆਉਂਦੇ ਹਾਂ। ਤਾਂ ਗੁਰੂ ਜੀ ਕਹਿੰਦੇ ਨੇ ਅਸਲ ਅਪਰਸ ਉਹ ਹੈ ਜੋ ਅੰਦਰਲੇ ਫੁਰਨੇ ਨੂੰ ਅੰਦਰ ਹੀ ਖਤਮ ਕਰ ਦੇਵੇ, ਮਨ ਤੋਂ ਟਾਲ ਦੇਵੇ, ਮਨ ਦੇ ਅੰਦਰ ਫੁਰਨਾ ਹੀ ਨਾ ਫੁਰੇ। ਕਿਸੇ ਦੀ ਬੁਰਾਈ ਕਰਨੀ ਦੂਰ ਦੀ ਗੱਲ, ਕਦੇ ਬੁਰਾਈ ਕਰਨ ਵਾਸਤੇ ਸੋਚ ਵੀ ਪੈਦਾ ਨਾ ਹੋਵੇ। ਕਿਸੇ ਦਾ ਬੁਰਾ ਕਰਨਾ ਤਾਂ ਬਹੁਤ ਦੂਰ ਦੀ ਗੱਲ, ਨੁਕਸਾਨ ਕਰਨਾ, ਕਿਸੇ ਦਾ ਨੁਕਸਾਨ ਕਰਨ ਵਾਲੀ ਸੋਚ ਵੀ ਅੰਦਰ ਪੈਦਾ ਨਾ ਹੋਵੇ, ਫੁਰਨਾ ਵੀ ਨਾ ਫੁਰੇ, ਉਹ ਅਪਰਸ ਹੈ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ। ਇੰਦਰੀ ਜਿੱਤ
ਇੰਦਰੀਆਂ ਨੂੰ ਜਿੱਤਣ ਵਾਲਾ ਹੋਵੇ। ਦੋਖ ਦਾ ਮਤਲਬ ਵਿਕਾਰ, ਪੰਜ ਦੋਖ ਦਾ ਮਤਲਬ ਪੰਜ ਦੋਸ਼ ਜਿਹੜੇ ਨੇ ਕਾਮ, ਕ੍ਰੋਧ, ਲੋਭ ਆਦਿ, ਜੋ ਆਪਣੇ ਗਿਆਨ ਇੰਦਰੀਆਂ ਨੂੰ ਵਸ ਵਿੱਚ ਰੱਖ ਕੇ, ਗਿਆਨ ਇੰਦਰੀਆਂ ਨੂੰ ਜਿੱਤ ਕੇ, ਜਿੱਤਣ ਦਾ ਮਤਲਬ ਆਪਣੇ ਵਸ ਵਿੱਚ ਰੱਖ ਕੇ, ਤੇ ਜੋ ਕਾਮ, ਕ੍ਰੋਧ ਆਦਿਕ ਵਿਕਾਰ ਨੇ, ਦੋਸ਼ ਨੇ, ਇਹਨਾਂ ਤੋਂ ਬਚਿਆ ਰਹੇ, ਉਹਨੂੰ ਅਸੀਂ ਅਪਰਸ ਕਹਾਂਗੇ। ਇੰਦਰੀ ਜਿੱਤਣ ਦਾ ਮਤਲਬ ਅੱਖਾਂ ਦੇ ਨਾਲ ਆਪਣੀ ਬੁਰੀ ਨਜ਼ਰ ਨੂੰ ਖਤਮ ਕਰਨਾ, ਅੱਖਾਂ ਚੋਂ, ਕੰਨਾਂ ਨਾਲ ਕਿਸੇ ਦੀ ਨਿੰਦਿਆ ਨਾ ਸੁਣਨੀ, ਜ਼ਬਾਨ ਦੇ ਨਾਲ ਮਾੜਾ ਨਾ ਬੋਲਣਾ, ਹੱਥਾਂ ਦੇ ਨਾਲ ਮਾੜਾ ਕਰਮ ਨਾ ਕਰਨਾ, ਪੈਰਾਂ ਨਾਲ ਚੱਲ ਕੇ ਮਾੜੇ ਪਾਸੇ ਨਾ ਜਾਣਾ, ਇਹਨੂੰ ਕਹਿੰਦੇ ਨੇ ਇੰਦਰੀਆਂ ਨੂੰ ਜਿੱਤਣਾ, ਆਪਣੇ ਗਿਆਨ ਇੰਦਰੀਆਂ ਨੂੰ ਵਸ ਵਿੱਚ ਰੱਖਣਾ। ਤੇ ਜੋ ਕਾਮ, ਕ੍ਰੋਧ, ਲੋਭ ਆਦਿਕ ਨੇ, ਇਹਨਾਂ ਦੋਸ਼ਾਂ ਤੋਂ ਬਚਣਾ। ਕਾਮ ਜਿਹੜਾ ਹੈ ਉਹ ਲੱਜਾ ਔਰ ਹਿਆ ਦੇ ਵਿੱਚ ਉਹਨੂੰ ਬਦਲ ਲੈਣਾ, ਲੋਭ ਨੂੰ ਸੰਤੋਖ ਵਿੱਚ ਬਦਲ ਲੈਣਾ, ਮੋਹ ਨੂੰ ਪਿਆਰ ਵਿੱਚ, ਔਰ ਹੰਕਾਰ ਨੂੰ ਸਵਾਭਿਮਾਨ ਵਿੱਚ, ਤੇ ਲੋਭ ਨੂੰ ਸੰਤੋਖ ਦੇ ਅੰਦਰ, ਯਾਨੀ ਇਹਨਾਂ ਗੁਣਾਂ ਦਾ ਧਾਰਨੀ ਹੋਣਾ ਤੇ ਇਹਨਾਂ ਪੰਜਾਂ ਵਿਕਾਰਾਂ ਤੋਂ ਬਚਣਾ। ਉਹ ਇਨਸਾਨ ਅਪਰਸ ਅਖਵਾਨ ਦਾ ਹੱਕਦਾਰ ਹੈ। ਨਾਨਕ ਕੋਟ ਮੱਧੇ ਕੋ ਐਸਾ ਅਪਰਸ, ਗੁਰੂ ਜੀ ਕਹਿੰਦੇ ਨੇ ਕਰੋੜਾਂ ਦੇ ਵਿੱਚੋਂ ਕੋਈ ਇਹੋ ਜਿਹਾ ਇਨਸਾਨ ਹੈ ਵਿਰਲਾ ਜਿਹੜਾ ਅਪਰਸ ਹੈ, ਜਿਹਨੂੰ ਅਸੀਂ ਅਪਰਸ ਕਹਿ ਸਕਦੇ ਹਾਂ। ਕਰੋੜਾਂ ਚੋਂ ਕੋਈ ਵਿਰਲਾ ਹੈ। ਵੈਸੇ ਤਾਂ ਸੁਚਮਤਾ ਰੱਖਣ ਵਾਲੇ ਬੜੇ ਮਿਲ ਜਾਣਗੇ। ਹੁਣ ਦੇਖੋ, ਜੇ ਬਾਹਰੀ ਸੁਚਮਤਾ ਦੇ ਨਾਲ ਰੱਬ ਮਿਲਦਾ, ਬਾਹਰੀ ਸੁਚਮਤਾ ਦੇ ਨਾਲ ਜੇ ਮਾਨਸਿਕ ਸ਼ਾਂਤੀ ਮਿਲਦੀ ਹੁੰਦੀ, ਤਾਂ ਜਿੰਨੀ ਬਾਹਰੀ ਸੁਚਮਤਾ ਅੱਜ ਕਰੋਨਾ ਕਾਲ ਵਿੱਚ ਰੱਖੀ ਜਾ ਰਹੀ ਹੈ, ਇੰਨੀ ਸੁਚਮਤਾ ਤੇ ਆਮ ਬੰਦਾ ਰੱਖਦਾ ਹੀ ਨਹੀਂ। ਅੱਜ ਕੱਲ ਤੇ ਤੁਸੀਂ ਦੇਖਦੇ ਹੋ ਗੁਰਦੁਆਰੇ ਸਾਹਿਬਾਨ, ਮੰਦਿਰ, ਮਸੀਤ ਨੇ, ਉਹਨਾਂ ਵਿੱਚ ਵੀ ਜਾਣ ਵਾਲਿਆਂ ਦੇ ਹੱਥ ਸੈਨੀਟਾਈਜ਼ ਕੀਤੇ ਜਾ ਰਹੇ ਨੇ, ਟੈਂਪਰੇਚਰ ਚੈੱਕ ਕੀਤਾ ਜਾ ਰਿਹਾ ਹੈ, ਸਫਾਈ ਕੀਤੀ ਜਾ ਰਹੀ ਹੈ। ਅੱਜ ਤੇ ਕੋਈ ਵੀ ਬੰਦਾ ਦੂਜੇ ਨਾਲ ਹੱਥ ਮਿਲਾ ਕੇ ਰਾਜੀ ਨਹੀਂ, ਜੱਫੀ ਪਾ ਕੇ ਰਾਜੀ ਨਹੀਂ, ਕੋਈ ਵੀ ਨਹੀਂ ਨਾ ਟੱਚ ਕਰ ਰਿਹਾ। ਤੇ ਜੇ ਆਪਣੇ ਹੀ ਘਰ ਦੇ ਕਿਸੇ ਕੁੰਡੇ ਨੂੰ ਟੱਚ ਕਰੇ ਤੇ ਨਾਲ ਦੇ ਨਾਲ ਬੰਦਾ ਸੈਨੀਟਾਈਜ਼ ਕਰਦਾ ਹੈ। ਅੱਜ ਤੇ ਬੜੀ ਪਵਿੱਤਰਤਾ ਹੈ। ਜੇ ਬਾਹਰੀ ਪਵਿੱਤਰਤਾ ਨਾਲ ਰੱਬ ਮਿਲੇ ਤੇ ਫਿਰ ਅੱਜ ਤੇ ਮਿਲ ਜਾਣਾ ਚਾਹੀਦਾ ਬੰਦੇ ਨੂੰ, ਕਿਉਂਕਿ ਇੰਨੀ ਸਫਾਈ ਪਿਛਲੇ ਯੁੱਗਾਂ ਵਿੱਚ ਨਹੀਂ ਰੱਖੀ ਗਈ। ਜਿਹੜੇ ਉਦੋਂ ਅਪਰਸਨ ਉਹ ਤੇ ਮਿੱਟੀ ਨਾਲ ਹੀ ਹੱਥ ਮਾਂਜਦੇ ਸਨ, ਮਿੱਟੀ ਨਾਲ ਬਰਤਨ ਮਾਂਜਦੇ ਸਨ, ਪਰ ਅੱਜ ਤੇ ਕੀਮਤੀ ਤੋਂ ਕੀਮਤੀ ਸੈਨੀਟਾਈਜ਼ਰ ਨੇ ਨਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਸਲ ਦੇ ਅੰਦਰ ਕਰੋੜਾਂ ਵਿੱਚੋਂ ਕੋਈ ਐਸਾ ਬੰਦਾ ਅਪਰਸ ਅਖਵਾਨ ਦਾ ਹੱਕਦਾਰ ਹੈ, ਜੋ ਆਪਣੇ ਗਿਆਨ ਇੰਦਰੀਆਂ ਦੇ ਨਾਲ ਕਿਸੇ ਵਿਕਾਰ ਨੂੰ ਟੱਚ ਨਹੀਂ ਹੋਣ ਦਿੰਦਾ, ਜੋ ਸਾਰਿਆਂ ਦੇ ਅੰਦਰ ਇੱਕ ਰੱਬ ਨੂੰ ਵੇਖਦਾ ਹੈ, ਜੋ ਹਮੇਸ਼ਾ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ, ਔਰ ਜੋ ਆਪਣੀ ਸੋਚ ਦੇ ਅੰਦਰ ਰੱਬ ਦੇ ਹੁਕਮ ਨੂੰ ਵਸਾ ਲੈਂਦਾ ਹੈ, ਉਹ ਇਨਸਾਨ ਅਪਰਸ ਹੈ। ਅਗਲਾ ਵਚਨ ਕਰਦੇ ਨੇ, ਹੁਣ ਗੱਲ ਕਰ ਰਹੇ ਨੇ ਵੈਸ਼ਨੂ ਦੀ। ਕਈ ਸਾਰੇ ਫਿਰਕੇ ਨੇ, ਹਰ ਫਿਰਕਾ ਇਹ ਕਹਿ ਰਿਹਾ ਕਿ ਮੈਂ ਮਹਾਨ ਹਾਂ। ਜੋ ਅਪਰਸ ਨੇ, ਬਾਹਰੀ ਪਵਿੱਤਰਤਾ ਰੱਖਣ ਵਾਲੇ, ਉਹ ਇਹ ਕਹਿ ਰਹੇ ਨੇ ਕਿ ਸਾਡੇ ਵਰਗਾ ਕੋਈ ਵੀ ਨਹੀਂ, ਅਸੀਂ ਹੀ ਅਸਲੀ ਰੱਬ ਦੇ ਭਗਤ ਹਾਂ। ਤਾਂ ਗੁਰੂ ਜੀ ਉਹਨਾਂ ਦੀ ਅਸਲੀਅਤ ਬਿਆਨ ਕੀਤੀ ਹੈ, ਨਾਲ ਸਾਨੂੰ ਸਚਾਈ ਦੱਸੀ ਹੈ ਕਿ ਸਚਾਈ ਕੀ ਹੈ, ਅਸਲ ਅਪਰਸ ਕੀ ਹੈ, ਅਸੀਂ ਕਿਵੇਂ ਸਾਰੇ ਅਪਰਸ ਹੋ ਸਕਦੇ ਹਾਂ, ਕਿਵੇਂ ਸੁਖ ਸ਼ਾਂਤੀ ਪਾ ਸਕਦੇ ਹਾਂ, ਉਹ ਸਾਧਨ ਦੱਸਿਆ। ਹੁਣ ਅਗਲੀ ਗੱਲ ਦੱਸਦੇ ਨੇ ਵੈਸ਼ਨੋ ਦੀ। ਸ਼ਬਦ ਹੈ ਵੈਸ਼ਨੋ, ਆਮ ਕਰਕੇ ਵੈਸ਼ਨੋ ਬੋਲਿਆ ਜਾਂਦਾ ਹੈ, ਔਰ ਵੈਸ਼ਨਵ ਵੀ ਕਿਹਾ ਜਾਂਦਾ ਹੈ। ਵੈਸ਼ਨਵ ਦਾ ਮਤਲਬ ਹੈ ਵਿਸ਼ਨੂੰ ਦਾ ਪੁਜਾਰੀ। ਖਾਸ ਕਰਕੇ ਜੋ ਵੈਸ਼ਨੋ ਲੋਕ ਨੇ ਨਾ, ਵੈਸ਼ਨੋ, ਉਹ ਆਮ ਜੋ ਪੰਜਾਬੀ ਭਾਸ਼ਾ ਹੈ ਉਹਦੇ ਵਿੱਚ ਸਮਝ ਲਿਆ ਜਾਂਦਾ ਜੋ ਮੀਟ ਆਦਿਕ ਨਹੀਂ ਖਾਂਦੇ, ਉਹਨਾਂ ਨੂੰ ਵੀ ਵੈਸ਼ਨੋ ਕਹਿ ਦਿੰਦੇ। ਮੈਂ ਤੇ ਵੈਸ਼ਨੋ ਹਾਂ, ਯਾਨੀ ਮੈਂ ਸ਼ਾਕਾਹਾਰੀ ਹਾਂ, ਵੈਜੀਟੇਰੀਅਨ ਹਾਂ। ਪਰ ਵੈਸ਼ਨੋ ਦਾ ਮਤਲਬ ਹੈ ਵਿਸ਼ਨੂੰ ਦਾ ਉਪਾਸਕ। ਹੁਣ ਗੁਰੂ ਜੀ ਕਹਿੰਦੇ ਨੇ ਅਸਲੀ ਜੋ ਰੱਬ ਦਾ ਪੁਜਾਰੀ ਹੈ ਨਾ, ਆਮ ਕਰਕੇ ਵੈਸ਼ਨੋ ਤਰਕਾਰੀਆਂ ਖਾਂਦੇ ਨੇ, ਜਾਂ ਮਤਲਬ ਆਪਣਾ ਵਿਸ਼ਨੂੰ ਦੀ ਪੂਜਾ ਕਰਦੇ ਨੇ, ਹੋਰ ਕਈ ਸਾਰੇ ਕਰਮ ਕੀਤੇ ਜਾਂਦੇ ਨੇ, ਮੰਦਿਆਂ ਤੇ ਨਹੀਂ ਸੌਂਦੇ, ਜਾਂ ਕਈ ਆਪਣੇ ਆਪਣੇ ਢੰਗ ਦੇ ਨਾਲ। ਤਾਂ ਗੁਰੂ ਜੀ ਕਹਿੰਦੇ ਨੇ ਅਸਲ ਵੈਸ਼ਨੋ ਕੌਣ ਹੈ? ਵੈਸ਼ਨੋ ਸੋ ਜਿਸ ਉੱਪਰ
सुप्रसन्न का मतलब चंगी तरह प्रसन्न है, जिस ते रब रहमत करता है। असली वैष्णो वो है जिहदे ते रब प्रसन्न है, जिहदे ते रब खुश है, यानी जो रब की रहमत का पात्र है, जो रब की रजा विच तुरदा है। असली वैष्णो वो है बिसन की माया ते होए भिन्न। असली वैष्णो वो है कि जो मनुख माया के असर तो बेदाग हो जाए, माया के असर तो। ते माया की है, आप ये चीज नूं चंगी तरह समझ गए ना कि माया का मतलब ये संसार नहीं है। माया का मतलब केवल पैसा नहीं, परिवार नहीं, कि बंदा परिवार त्याग जाए, बंदा पैसा त्याग जाए ते ओनू असीं कह देंगे त्यागी है ना। जेकर इस माया का त्यागी बंदा समझदा ना अपने आप नूं, ਤਾਂ ਗੁਰਦੇਵ ਪਾਤਸ਼ਾਹ जी ने पावन बाणी ਵਿੱਚ बचन ਕੀਤਾ है कि इस माया का जो त्याग है, ये त्याग ते टुੱਟੀ दवानी दी भी वैल्यू नहीं है। कबीर माया तजी तो क्या पया, जो मान तजया नहीं जाए। मान मुनि मुनिवर गले, मान सबे को खाए। ਤਾਂ ਮਾਇਆ ਦਾ ਮਤਲਬ ਸੋਚ, ਜੋ ਸੋਚ ਸਾਨੂੰ ਸਾਰਿਆਂ ਵਿੱਚ ਰੱਬ ਨਹੀਂ ਵੇਖਣ ਦਿੰਦੀ, जो सोच सानू सैल्फिश बनाती है, जो सोच सानू कथनी करनी दा एक नहीं होने दिंदी, उस माड़ी सोच नू माया कहते। तो गुरु जी कहते ने असल दे अंदर वो वैष्णो है जो ऐसी माड़ी सोच तो रहत है, जो इस संसार दे अंदर जिंदगी जींदा होया विकारां तो बच जाता है, विकारां तो निर्लेप रहिंदा है। असली वैष्णो वो है। अगला वचन करते ने कि कर्म करत होवे नहीं कर्म। कर्म ते वो कर रहा है, लेकिन नेह कर्म है। नेह कर्म का मतलब कि कर्म करता होया फल की आशा नहीं कर रहा, निष्काम फल करता है। फल का कोई, कम का कोई वो फल नहीं मंगता, निष्काम। यानी कई बार असीं देखते हैं, असीं गुरुद्वारा साहब भी अरदास करते हैं कि हे रब्बा, जे मेरी लाटरी निकले तो मैं इन्ने पैसे चढ़ावांगा, प्रसाद करावांगा, जां पाठ करावांगा, जां कुछ असीं कई कुछ सोचते रहंदे हैं ना। तां गुरु पातशाह जी कहंदे ने असल दे अंदर वैष्णो वो है जो कर्म करदा होया विकारां तो निर्लेप है और निष्काम भावना दे नाल काम करदा है, निष्काम भावना दे नाल सेवा करदा, किसी दी हैल्प कर रहा है, पर ਉਹਦੇ ਤੋਂ बदले की भावना नहीं कि ये भी मेरी हेल्प करेगा। किसी दे काम आया है, पर पिछे ये सोच नहीं कि मैं अज काम आया तो कल नूं मेरे भी काम आएगा। असीं देखते हाँ कई वीर साडे काम आउंदे ने, असीं किसी दे काम आउंदे हाँ, लेकिन एक बार किसी का कोई छोटा मोटा काम करके सारी जिंदगी फिर उहदे गुण गाउंदे आ, इतिहास सुणांदे आ, थां थां ते असीं कहंदे फिरने आ कि मैं फलाने टाइम इहदा काम कीता सी, आ मकान इहनूं मैं खरीद के दित्ता सी, करदे रहने ना असां। तां उहदा लाभ की होया, अगले नूं जलील करदे आ। तां गुरु जी कहंदे ने असल दे अंदर वो है वैष्णो जो ऐसी सोच तो अलग है, रहत है, संसार विच रहिंदा, काम करदा है, लेकिन निष्काम भावना दे नाल। तिस वैष्णो का निर्मल धर्म, गुरु जी कहंदे ने उस वैष्णो का धर्म भी पवित्र है, उहदा जीवन भी पवित्र है। निर्मल का मतलब मैल तो रह, धर्म का मतलब जीवन। ऐसे वैष्णो का धर्म, ऐसे वैष्णो का जीवन, जीवन का ढंग निर्मल है, मैल तो रह। काहू फल की इच्छा नहीं बंच है। असल वैष्णो कौन है? जो किसी फल की चाहत नहीं रखता, किसी फल की चाहत कि मैं काम करांगा तो ये बदले मैनू यह मिले, रब्बा मैं तेरा नाम जपांगा लेकिन वो बदले मैनू मुक्ति मिले, मैं पाठ करावांगा वो बदले मैनू स्वर्ग मिले, मैं इन्ना दान करांगा वो बदले
ਮੇਰੀ ਕੋਈ ਲਾਟਰੀ ਨਿਕਲ ਆਵੇ, ਤਾਂ ਇਹੋ ਜਿਹੇ ਉਹ ਹਿਸਾਬ ਕਿਤਾਬ ਦੇ ਵਿੱਚ ਨਹੀਂ ਪੈਂਦਾ। ਕਾਹੂ ਫਲ ਕੀ ਇੱਛਾ ਨਹੀਂ ਬਾਂਛੈ, ਕੇਵਲ ਭਗਤ ਕੀਰਤਨ ਸੰਗਰਾਚੈ। ਕੀਰਤਨ ਦਾ ਮਤਲਬ ਸਿਫਤ ਸਲਾਹ, ਭਗਤ ਦਾ ਮਤਲਬ ਪਿਆਰ ਭਗਤੀ। ਉਹ ਕੇਵਲ ਪ੍ਰੇਮਾ ਭਗਤੀ ਦੇ ਵਿੱਚ ਮਸਤ ਰਹਿੰਦਾ ਹੈ, ਰੱਬ ਦੀ ਰਜ਼ਾ ਵਿੱਚ ਤੁਰਦਾ ਹੈ। ਇਹ ਨਹੀਂ ਕਿ ਮੈਂ ਤੇਰੇ ਹੁਕਮ ਵਿੱਚ ਤਾਂ ਤੁਰਾਂਗਾ ਜੇ ਮੈਨੂੰ ਇਹ ਫਲ ਮਿਲੇਗਾ। ਉਹ ਪਿਆਰ ਦੇ ਅੰਦਰ ਲੀਨ ਹੈ ਤੇ ਪਿਆਰ ਦੇ ਅੰਦਰ ਲਾਲਚ ਨਹੀਂ ਹੈ। ਜਾਂ ਲੱਭ ਤਾਂ ਨਹੀਂ ਕਿਹਾ, ਲੱਭ ਤਾਂ ਕੂੜਾ ਨਹੀਂ, ਕਿਚਰ ਝੱਤ ਲੰਘਾਈਐ, ਛੱਪਰ ਟੁੱਟੇ ਮਹਿ। ਪਿਆਰ ਕਰਨ ਵਾਲਾ ਬੰਦਾ ਸਮਰਪਿਤ ਹੁੰਦਾ ਹੈ, ਉਹਦੀ ਕੋਈ ਮੰਗ ਨਹੀਂ ਹੈ, ਉਹਦੀ ਕੋਈ ਮੰਗ ਨਹੀਂ। ਕੇਵਲ ਪਿਆਰ ਤਾਂ ਤਿਆਗ ਹੈ, ਪਿਆਰ ਤਾਂ ਸਮਰਪਣ ਹੈ, ਪਿਆਰ ਤਾਂ ਆਪਣਾ ਆਪਾ ਵਾਰਨ ਦਾ ਨਾਮ ਹੈ। ਤਾਂ ਇਸ ਤਰ੍ਹਾਂ ਅਸਲ ਦੇ ਅੰਦਰ ਉਹ ਅਸਲ ਵੈਸ਼ਨੋ ਹੈ ਜੋ ਰੱਬੀ ਪਿਆਰ ਦੇ ਅੰਦਰ ਰਚਿਆ ਹੈ, ਪਰ ਉਸ ਪਿਆਰ ਦੇ ਬਦਲੇ ਉਹਦੀ ਕੋਈ ਮੰਗ ਨਹੀਂ, ਉਹਦੀਆਂ ਕੋਈ ਆਸ਼ਾਵਾਂ ਨਹੀਂ। ਮਨ ਤਨ ਅੰਤਰ ਸਿਮਰਨ ਗੋਪਾਲ, ਜਿਹਦੇ ਮਨ ਵਿੱਚ ਵੀ ਜਿਹਦੇ ਤਨ ਵਿੱਚ ਵੀ ਗੋਪਾਲ ਦਾ ਮਤਲਬ ਸ੍ਰਿਸ਼ਟੀ ਨੂੰ ਪਾਲਨਹਾਰ ਪ੍ਰਭੂ ਦਾ ਪ੍ਰੇਮ ਵਸ ਰਿਹਾ ਹੈ, ਯਾਦ ਵਸ ਰਹੀ ਹੈ। ਸਿਮਰਨ ਦਾ ਮਤਲਬ ਯਾਦ, ਮਨ ਵਿੱਚ ਔਰ ਤਨ ਵਿੱਚ ਪ੍ਰਭੂ ਦੀ ਯਾਦ ਵਸ ਰਹੀ ਹੈ, ਪ੍ਰਭੂ ਦੇ ਗੁਣ ਵਸ ਰਹੇ ਨੇ। ਜੋ ਸ੍ਰਿਸ਼ਟੀ ਨੂੰ ਪਾਲਣਹਾਰ ਹੈ, ਉਹਦੇ ਗੁਣ ਸਤ ਸੰਤੋਖ ਦਇਆ ਧਰਮ, ਇਹ ਉਹਦੀ ਯਾਦ ਦੇ ਅੰਦਰ ਵਸੇ ਹੋਏ ਨੇ। ਅਸਲੀ ਵੈਸ਼ਨੋ ਉਹ ਹੈ ਸਭ ਉੱਪਰ ਹੋਵਤ ਕਿਰਪਾਲ। ਅਸਲੀ ਵੈਸ਼ਨੋ ਉਹ ਹੈ ਜੋ ਸਾਰੇ ਜੀਵਾਂ ਦੇ ਉੱਤੇ ਦਇਆ ਕਰਦਾ ਹੈ। ਕਿਸੇ ਨੂੰ ਜ਼ਰੂਰਤ ਹੈ ਤੇ ਉਹ ਸਹਾਇਤਾ ਕਰ ਸਕਦਾ ਹੈ ਤਾਂ ਉਹਦੀ ਉਹ ਸਹਾਇਤਾ ਕਰੇਗਾ। ਸਾਰਿਆਂ ਤੇ ਰਹਿਮਤ ਕਰਦਾ ਹੈ, ਸਾਰਿਆਂ ਦੇ ਨਾਲ ਪਿਆਰ ਕਰਦਾ ਹੈ, ਸਾਰਿਆਂ ਦੇ ਨਾਲ ਸਹਿਯੋਗ ਕਰਦਾ ਹੈ। ਉਹਦਾ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ। ਜਿਹਦੀ ਵੀ ਉਹ ਹੈਲਪ ਜਿੰਨੀ ਕਰ ਸਕਦਾ ਹੈ, ਜਿੰਨੇ ਯੋਗ ਹੈ, ਯਥਾ ਯੋਗ ਹਰ ਇੱਕ ਦੀ ਹੈਲਪ ਕਰਦਾ ਹੈ। ਉਹਨੂੰ ਵੈਸ਼ਨੋ ਕਿਹਾ ਜਾ ਸਕਦਾ ਹੈ। ਨਿਰਾ ਮੀਟ ਛੱਡ ਦੇਣਾ, ਨਿਰਾ ਵੈਜੀਟੇਰੀਅਨ ਹੋ ਜਾਣਾ, ਜਾਂ ਨਿਰਾ ਜ਼ਮੀਨ ਤੇ ਹੀ ਸੌ ਜਾਣਾ, ਜਾਂ ਐਸੇ ਕਰਮ ਕਰਨ ਵਾਲੇ ਦਾ ਨਾਮ ਵੈਸ਼ਨੋ ਨਹੀਂ। ਅਸਲੀ ਵੈਸ਼ਨੋ ਉਹ ਹੈ ਜੋ ਇਹਨਾਂ ਗੁਣਾਂ ਦਾ ਧਾਰਨੀ ਹੈ। ਆਪ ਦ੍ਰਿੜੈ ਅਵਰਹਿ ਨਾਮ ਜਪਾਵੇ। ਜਪਾਵੇ ਦਾ ਮਤਲਬ ਜਪਾਉਂਦਾ ਹੈ, ਜਾਣਕਾਰੀ ਦਿੰਦਾ ਹੈ। ਆਪ ਵੀ ਦ੍ਰਿੜ ਕਰਦਾ ਹੈ ਨਾਮ ਨੂੰ, ਰੱਬੀ ਹੁਕਮ ਨੂੰ, ਕਿ ਮੈਂ ਰੱਬੀ ਹੁਕਮ ਦੇ ਅੰਦਰ ਤੁਰਨਾ ਹੈ ਦ੍ਰਿੜਤਾ ਦੇ ਨਾਲ। ਤੇ ਦੂਜਿਆਂ ਨੂੰ ਇਹ ਦ੍ਰਿੜ ਕਰਾਉਂਦਾ ਹੈ ਕਿ ਰੱਬੀ ਹੁਕਮ ਵਿੱਚ ਤੁਰੋ, ਰੱਬੀ ਗੁਣਾਂ ਦੇ ਧਾਰਨੀ ਹੋਵੋ, ਹੁਕਮ ਰਜ਼ਾਈ ਚੱਲਣਾ, ਕਿਉਂਕਿ ਪੂਰੀ ਕਾਇਨਾਤ ਰੱਬੀ ਹੁਕਮ ਦੇ ਅੰਦਰ ਹੈ। ਉਹਨੂੰ ਸਮਝ ਹੈ ਕਿ ਜੋ ਰੱਬੀ ਰਜ਼ਾ ਦੇ ਵਿੱਚ ਤੁਰੇਗਾ ਉਹਦੀ ਜ਼ਿੰਦਗੀ ਅੰਦਰ ਸੁਖ ਸ਼ਾਂਤੀ ਆਏਗੀ, ਉਹਦੇ ਜੀਵਨ ਵਿੱਚ ਖੇੜਾ ਆਏਗਾ, ਉਹਦੇ ਜੀਵਨ ਵਿੱਚ ਪ੍ਰਸੰਨਤਾ ਆਏਗੀ। ਉਹ ਆਪ ਇਹਨਾਂ ਗੱਲਾਂ ਨੂੰ ਦ੍ਰਿੜ ਕਰਦਾ ਹੈ, ਦ੍ਰਿੜਤਾ ਹੈ ਉਹਦੀ, ਵਿਸ਼ਵਾਸ ਹੈ ਉਹਦਾ। ਉਹਨੂੰ ਆਰੇ ਦੇ ਨਾਲ ਚੀਰੋ, ਉਹਦੇ ਵਿਸ਼ਵਾਸ ਨੂੰ ਤੁਸੀਂ ਡਿਗਾ ਨਹੀਂ ਪਾਓਗੇ। ਦ੍ਰਿੜਤਾ ਹੈ ਨਾ ਉਹਦੀ ਕਿ ਮੈਂ ਸੱਚੀ ਜ਼ਿੰਦਗੀ ਜੀਣੀ ਹੈ, ਸੱਚਾ ਮਾਰਗ ਨੂੰ ਮੈਂ ਅਪਣਾਉਣਾ ਹੈ। ਤੇ ਦੂਜਿਆਂ ਨੂੰ ਵੀ ਉਹ ਇਹ ਦ੍ਰਿੜ ਕਰਾਉਂਦਾ ਹੈ ਕਿ ਪਿਆਰਿਓ, ਮੇਰੀਓ ਭੈਣੋ, ਧੀਓ, ਵੀਰੋ, ਬਜ਼ੁਰਗੋ, ਬੱਚਿਓ, ਸੱਚ ਨੂੰ ਦ੍ਰਿੜ ਕਰੋ, ਰੱਬੀ ਰਜ਼ਾ ਵਿੱਚ ਤੁਰੋ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੋ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਓ। ਇਹਦੇ ਨਾਲ ਤੁਹਾਡੇ ਜੀਵਨ ਵਿੱਚ ਸੁੱਖ ਆਏਗਾ, ਇਹਦੇ ਨਾਲ ਜੀਵਨ ਵਿੱਚ ਸ਼ਾਂਤੀ ਆਏਗੀ। ਉਹਨੂੰ ਅਸੀਂ ਵੈਸ਼ਨੋ ਕਹਿ ਸਕਦੇ ਹਾਂ। ਨਾਨਕ ਉਹ ਵੈਸ਼ਨੋ ਪਰਮਗਤ ਪਾਵੇ। ਪਰਮਗਤ ਦਾ ਮਤਲਬ ਉੱਚੀ ਆਤਮਿਕ ਅਵਸਥਾ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਹੇ ਨਾਨਕ, ਐਸਾ ਜੋ ਵੈਸ਼ਨੋ ਹੈ ਉਹ ਉੱਚਾ ਦਰਜਾ ਹਾਸਲ ਕਰ ਲੈਂਦਾ ਹੈ, ਉਹ ਉੱਚੀ ਆਤਮਿਕ ਅਵਸਥਾ ਪਾ ਲੈਂਦਾ ਹੈ। ਤਾਂ ਅਸਲ ਵੈਸ਼ਨੋ ਕੌਣ ਹੈ? ਜੋ ਵਿਸ਼ਨ ਦੀ ਮਾਇਆ ਤੋਂ ਅਲੱਗ ਹੈ, ਯਾਨੀ ਇਸ ਸੰਸਾਰ ਵਿੱਚ ਰਹਿੰਦਾ ਹੋਇਆ ਜਿਹੜਾ ਬੰਦਾ ਵਿਕਾਰਾਂ ਤੋਂ ਨਿਰਲੇਪ ਹੈ, ਜੋ ਸਾਰਿਆਂ ਦੇ ਅੰਦਰ ਇੱਕ ਰੱਬ ਨੂੰ ਵੇਖਦਾ ਹੈ ਔਰ ਜੋ ਰੱਬ ਦੀ ਪ੍ਰਸੰਨਤਾ ਹਾਸਲ ਕਰਦਾ ਹੈ, ਐਸਾ ਇਨਸਾਨ ਉੱਚਾ ਦਰਜਾ ਹਾਸਲ ਕਰ ਲੈਂਦਾ ਹੈ। ਐਸਾ ਇਨਸਾਨ ਪ੍ਰਭੂ ਦਾ ਪਿਆਰ ਹਾਸਲ ਕਰਦਾ ਹੈ। ਐਸਾ ਇਨਸਾਨ ਉੱਚੀ ਆਤਮਿਕ ਅਵਸਥਾ ਪਾ ਲੈਂਦਾ ਹੈ।
ਜਿੱਥੇ ਜਾ ਕੇ ਬੰਦਾ ਰੱਬ ਦੇ ਅੰਦਰ ਮਿਲ ਸਕਦਾ ਹੈ। ਤਾਂ ਦੇਖੋ ਕਿੰਨਾ ਸੁੰਦਰ ਢੰਗ, ਕਿੰਨਾ ਆਸਾਨ ਢੰਗ, ਜਿਹਨੂੰ ਅਸੀਂ ਸਾਰੀ ਦੁਨੀਆ ਦੇ ਲੋਕ ਅਪਣਾ ਸਕਦੇ ਹਾਂ ਬੜੇ ਆਰਾਮ ਦੇ ਨਾਲ, ਤੇ ਇਹਨਾਂ ਚੀਜ਼ਾਂ ਨੂੰ ਅਪਣਾ ਕੇ ਬੰਦਾ ਸ਼ਾਂਤੀ ਹਾਸਲ ਕਰ ਸਕਦਾ ਹੈ। ਤਾਂ ਅਗਲਾ ਬਚਨ ਕਰਦੇ ਨੇ, ਭਗਉਤੀ ਭਗਵੰਤ ਭਗਤ ਕਾ ਰੰਗ। ਇੱਥੇ ਭਗਵੰਤ ਦਾ ਮਤਲਬ ਹੈ ਰੱਬ, ਤੇ ਭਗਉਤੀ ਦਾ ਮਤਲਬ ਹੈ ਭਗਵਾਨ ਦਾ ਉਪਾਸ਼ਕ। ਭਗਵੰਤ ਦਾ ਮਤਲਬ ਰੱਬ, ਭਗਤ ਦੇ ਤੱਤੇ ਨਾਲ ਸਿਹਾਰੀ ਹੈ, ਇਹਦਾ ਮਤਲਬ ਭਗਤੀ, ਤੇ ਭਗਉਤੀ ਰੱਬ ਦਾ ਉਪਾਸ਼ਕ। ਇੱਥੇ ਉਹਦੀ ਗੱਲ ਕਰਦੇ ਨੇ ਜੋ ਅਸਲ ਰੱਬ ਦਾ ਉਪਾਸ਼ਕ। ਵੈਸੇ ਭਗਉਤੀ ਉਹਨਾਂ ਨੂੰ ਕਹਿੰਦੇ ਨੇ ਜੋ ਵਿਸ਼ਨੂੰ ਦੇ ਉਪਾਸ਼ਕ ਨੇ, ਵਿਸ਼ਨੂੰ ਦੇ ਅਵਤਾਰ ਦੀ ਉਪਾਸਨਾ ਕਰਦੇ ਨੇ, ਚਾਹੇ ਰਾਮਚੰਦਰ ਜੀ ਦੀ ਜਾਂ ਕ੍ਰਿਸ਼ਨ ਭਗਵਾਨ ਦੀ, ਜੋ ਆ ਕ੍ਰਿਸ਼ਨ ਲੀਲਾ ਆਦਿ ਕਰਦੇ ਨੇ, ਰਾਸ ਲੀਲਾ ਪਾਉਂਦੇ ਨੇ, ਔਰ ਦੇਵੀ ਦੇਵਤਿਆਂ ਦੇ ਸਾਂਗ ਬਣਾ ਕੇ ਉਹਨਾਂ ਦੀ ਉਪਾਸਨਾ ਕਰਦੇ ਨੇ, ਉਹਨਾਂ ਨੂੰ ਵੀ ਭਗਉਤੀ ਕਿਹਾ ਜਾਂਦਾ। ਉਹ ਆਪਣੇ ਆਪ ਨੂੰ ਭਗਉਤੀ ਅਖਵਾਉਂਦੇ ਨੇ। ਪਰ ਗੁਰੂ ਜੀ ਕਹਿੰਦੇ ਨੇ ਐਸੀ ਜੋ ਨੱਚਣ ਟੱਪਣ ਦੇ ਨਾਲ ਕਦੇ ਭਗਤੀ ਨਹੀਂ ਹੁੰਦੀ, ਨਾ ਹੀ ਐਸੀ ਭਗਤੀ ਦੇ ਨਾਲ ਸੁਖ ਸ਼ਾਂਤੀ ਸਾਨੂੰ ਹਾਸਲ ਹੁੰਦੀ ਹੈ, ਔਰ ਨਾ ਹੀ ਅਸੀਂ ਐਸੀ ਭਗਤੀ ਦੇ ਨਾਲ ਰੱਬ ਨੂੰ ਪਾ ਸਕਦੇ ਹਾਂ, ਨਾ ਮਹਾਨਤਾ ਹਾਸਲ ਕਰ ਸਕਦੇ ਹਾਂ। ਅਸਲੀ ਭਗਉਤੀ ਕੌਣ ਹੈ? ਰੱਬ ਦਾ ਭਗਵਾਨ ਜਾਂ ਰੱਬ ਦਾ ਜੋ ਅਸਲ ਉਪਾਸ਼ਕ ਹੈ, ਉਹ ਕੌਣ ਹੈ? ਭਗਉਤੀ ਭਗਵੰਤ ਭਗਤ ਕਾ ਰੰਗ। ਰੰਗ ਦਾ ਮਤਲਬ ਪਿਆਰ। ਰੱਬ ਦਾ ਅਸਲ ਉਪਾਸ਼ਕ ਉਹ ਹੈ ਜਿਹਦੇ ਅੰਦਰ ਰੱਬੀ ਗੁਣਾਂ ਦਾ ਪਿਆਰ ਹੋ ਗਿਆ ਹੈ ਪੈਦਾ। ਅਸੀਂ ਭਗਤੀ ਬਾਰੇ ਜਪਜੀ ਸਾਹਿਬ ਵਿੱਚ ਵਿਚਾਰ ਕਰ ਰਹੇ ਹਾਂ ਨਾ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਦੇ ਧਾਰਨੀ ਹੋਣ ਤੋਂ ਬਿਨਾਂ ਰੱਬ ਦੀ ਭਗਤੀ ਨਹੀਂ, ਯਾਨੀ ਰੱਬ ਦੀ ਰਜ਼ਾ ਵਿੱਚ ਤੁਰਨਾ, ਰੱਬ ਦੇ ਗੁਣਾਂ ਦੇ ਧਾਰਨੀ ਹੋਣ ਲਈ ਯਤਨ ਕਰਨਾ ਹੀ ਰੱਬ ਦੀ ਭਗਤੀ ਹੈ। ਕੋਈ ਮਾਲਾ ਫੇਰਨੀ ਜਾਂ ਦਸਮ ਦੁਆਰ ਵਿੱਚ ਪ੍ਰਾਣ ਚੜਾਣੇ, ਸਮਾਧੀਆਂ ਲਾਣੀਆਂ, ਇਹ ਰੱਬ ਦੀ ਭਗਤੀ ਨਹੀਂ। ਨੱਚਣਾ ਟੱਪਣਾ ਰੱਬ ਦੀ ਭਗਤੀ ਨਹੀਂ। ਅਸਲ ਰੱਬ ਦਾ ਭਗਤ ਉਹ ਹੈ, ਭਗਵਾਨ ਦਾ ਉਪਾਸ਼ਕ ਉਹ ਹੈ ਜਿਹਦੀ ਪ੍ਰੀਤ ਰੱਬ ਦੇ ਨਾਲ ਹੈ, ਜਿਸ ਦੇ ਅੰਦਰ ਰੱਬੀ ਗੁਣਾਂ ਦਾ ਪਿਆਰ ਪੈਦਾ ਹੋ ਗਿਆ। ਸਗਲ ਤਿਆਗੈ ਦੁਸ਼ਟ ਕਾ ਸੰਗ। ਦੁਸ਼ਟ ਦਾ ਮਤਲਬ ਜੋ ਮੰਦ ਕਰਮੀ ਨੇ, ਜਿਹੜਾ ਸਭ ਮੰਦ ਕਰਮੀਆਂ ਦੀ ਸ਼ੋਭਤ ਛੱਡ ਦਿੰਦਾ ਹੈ, ਸਾਥ ਛੱਡ ਦਿੰਦਾ ਹੈ, ਮੰਦ ਕਰਮੀਆਂ ਦੀ ਸੰਗਤ ਨਹੀਂ ਕਰਦਾ। ਇੱਕ ਤਾਂ ਜਿਹੜੇ ਵਿਕਾਰ ਨੇ ਇਹਨਾਂ ਦਾ ਤਿਆਗ ਕਰਦਾ ਹੈ, ਉਹਦੀ ਆਪਣੀ ਜ਼ਿੰਦਗੀ ਵਿੱਚ ਵਿਕਾਰ ਨਹੀਂ, ਤੇ ਦੂਜੇ ਨੰਬਰ ਤੇ ਉਹ ਵਿਕਾਰੀਆਂ ਦੀ ਸੰਗਤ ਵੀ ਨਹੀਂ ਕਰਦਾ। ਸੰਗਤ ਦਾ ਮਤਲਬ ਸਾਥ ਨਹੀਂ ਦਿੰਦਾ, ਉਹਦੇ ਸੋਚ ਦੇ ਅੰਦਰ ਕਿਤੇ ਬੁਰਾਈ ਹੈ ਹੀ ਨਹੀਂ। ਹੁਣ ਅਸੀਂ ਸੰਗਤ ਕਰਦੇ ਹਾਂ ਨਾ, ਦੇਖੋ ਸਰੀਰ ਕਰਕੇ ਅਸੀਂ ਇਸ ਵਕਤ ਸੰਗਤ ਕਰ ਰਹੇ ਹਾਂ, ਪਰ ਅਸਲੀ ਸੰਗਤ ਹੈ ਸੋਚ ਦੀ। ਕਿ ਇਸ ਟਾਈਮ ਬੇਸ਼ੱਕ ਅਸੀਂ ਗੁਰਬਾਣੀ ਦੀ ਗੱਲ ਕਰ ਰਹੇ ਹਾਂ, ਸੁਣ ਰਹੇ ਹਾਂ, ਪਰ ਸਾਡੀ ਸੁਰਤ ਕਿੱਥੇ ਹੈ? ਸਾਡੀ ਸੁਰਤ ਦੇ ਅੰਦਰ ਝੂਠ ਜਾਂ ਫਰੇਬ ਜਾਂ ਪ੍ਰੇਮ ਜਾਂ ਸੱਚ, ਜਿੱਥੇ ਸਾਡੀ ਸੁਰਤ ਹੈ, ਸਾਡੀ ਸੁਰਤ ਉਸ ਚੀਜ਼ ਦੀ ਸੰਗਤ ਕਰ ਰਹੀ ਹੈ। ਜਦੋਂ ਅਸੀਂ ਆਮ ਸਮਾਜ ਦੇ ਅੰਦਰ ਵਿਚਰਦੇ ਹਾਂ ਤਾਂ ਜਿੱਧਰ ਸਾਡੀ ਸੁਰਤ ਹੋਏਗੀ, ਜੋ ਸਾਡੀ ਸੋਚ ਵਿੱਚ ਹੋਏਗਾ ਝੂਠ ਜਾਂ ਸੱਚ, ਅਸੀਂ ਉਸ ਚੀਜ਼ ਦੀ ਸੰਗਤ ਕਰ ਰਹੇ ਹੋਵਾਂਗੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਰੱਬ ਦਾ ਪਿਆਰਾ ਹੈ, ਉਹਦੀ ਸੋਚ ਦੇ ਅੰਦਰ ਵੀ ਕਦੀ ਬੁਰੇ ਬੰਦੇ ਦਾ ਸਾਥ ਦੇਣ ਦਾ ਵਿਚਾਰ ਵੀ ਨਹੀਂ ਉਪਜਦਾ। ਉਹ ਦੁਸ਼ਟ ਦਾ, ਵਿਕਾਰੀਆਂ ਦਾ, ਮੰਦ ਕਰਮੀਆਂ ਦੀ ਸੰਗਤ ਛੱਡ ਦਿੰਦਾ ਹੈ ਔਰ ਚੰਗੇ ਕਰਮੀਆਂ ਦੀ ਸੰਗਤ ਕਰਦਾ ਹੈ। ਮਨ ਤੇ ਬਿਨਸੈ ਸਗਲਾ ਭਰਮ। ਭਰਮ ਦਾ ਮਤਲਬ ਵਹਿਮ, ਭਟਕਣਾ। ਅਸਲੀ ਭਗਉਤੀ ਉਹ ਹੈ ਜਿਹਦੇ ਮਨ ਦੇ ਅੰਦਰੋਂ ਸਾਰਾ ਭਰਮ ਮਿਟ ਜਾਏ ਔਰ ਉਹ ਸੱਚ ਨੂੰ ਜਾਣ ਲਵੇ, ਤੱਤ ਨੂੰ ਜਾਣ ਲਵੇ, ਜ਼ਿੰਦਗੀ ਦੀ ਅਸਲੀਅਤ ਨੂੰ ਜਾਣ ਲਵੇ। ਦੇਖੋ ਭਰਮ ਦਾ ਮਤਲਬ ਹੁੰਦਾ ਹੈ ਕੋਈ ਚੀਜ਼ ਦਿਸ ਹੋ ਰਹੀ ਹੈ ਪਰ ਉਹਦੀ ਅਸਲੀਅਤ ਕੁਝ ਹੋਰ ਹੈ। ਜਿਵੇਂ ਅਸੀਂ ਦੋ ਪ੍ਰਮਾਣ ਆਮ ਲੈਂਦੇ ਹਾਂ ਕਿ ਇੱਕ ਹਿਰਨ ਨੂੰ ਦੂਰ ਰੇਗਿਸਤਾਨ ਵਿੱਚ ਪਾਣੀ ਦਿਸ ਰਿਹਾ ਹੈ, ਕਿਉਂਕਿ ਜਦੋਂ ਸੂਰਜ ਦੀ ਕਿਰਨਾਂ ਬਹੁਤ ਗਰਮੀ ਦੇ ਵਿੱਚ ਪੈਂਦੀਆਂ ਨੇ ਨਾ, ਤੇਜ਼ ਕਿਰਨਾਂ ਰੇਗਿਸਤਾਨ ਦੇ ਵਿੱਚ, ਤਾਂ ਜੋ ਸਾਨੂੰ ਸਾਇੰਟਿਸਟ ਲੋਕ ਦੱਸਦੇ ਨੇ ਕਿ ਉਹ ਗਰਮੀ ਦੇ ਕਾਰਨ ਸੂਰਜ ਦੀਆਂ ਕਿਰਨਾਂ ਧਰਤੀ ਤੋਂ 1 ਜਾਂ 2 ਇੰਚ ਪਹਿਲਾਂ ਹੀ ਪਰਿਵਰਤਿਤ ਹੋ ਜਾਂਦੀਆਂ ਨੇ, ਵਾਪਸ ਹੋ ਜਾਂਦੀਆਂ ਨੇ।
ਥੱਲੇ ਸਾਨੂੰ ਹਨੇਰਾ ਦਿਸਦਾ ਹੈ, ਉੱਤੇ ਚਾਨਣਾ ਹੈ, ਤਾਂ ਸਾਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਪਾਣੀ ਦਾ ਸਰੋਵਰ ਭਰਿਆ ਹੋਇਆ ਹੈ, ਪਾਣੀ ਲਹਿਰਾਂ ਦੇ ਰਿਹਾ। ਹੁਣ ਇਹ ਭਰਮ ਹੈ, ਪਾਣੀ ਹੈ ਨਹੀਂ। ਹਿਰਨ ਦੇ ਅੰਦਰ ਭਰਮ ਪੈਦਾ ਹੋ ਜਾਂਦਾ ਹੈ ਕਿ ਪਾਣੀ ਦਾ ਸਰੋਵਰ ਹੈ, ਉਧਰ ਉਹ ਭੱਜਦਾ ਜਾਂਦਾ ਹੈ, ਸਰੋਵਰ ਦੂਰ ਹੋਈ ਜਾਂਦਾ ਹੈ, ਆਖਿਰ ਉਹ ਮਰ ਜਾਂਦਾ ਹੈ। ਜਿਵੇਂ ਕਸਤੂਰੀ ਦੀ ਗੱਲ ਅਸੀਂ ਕਰਦੇ ਹਾਂ ਕਿ ਕਸਤੂਰੀ ਹਿਰਨ ਦੇ ਅੰਦਰ ਹੈ, ਪਰ ਉਹਨੂੰ ਭਰਮ ਹੈ ਸ਼ਾਇਦ ਇਹਨਾਂ ਝਾੜੀਆਂ ਦੇ ਵਿੱਚੋਂ ਕਿਤੋਂ ਖੁਸ਼ਬੂ ਆ ਰਹੀ ਹੈ, ਤਾਂ ਉਹ ਮਾਰਿਆ ਜਾਂਦਾ ਹੈ। ਰਾਤ ਨੂੰ ਰੱਸੀ ਪਈ ਹੋਵੇ ਤੇ ਕਈ ਵਾਰ ਭਰਮ ਹੋ ਜਾਂਦਾ ਹੈ ਕਿ ਸੱਪ ਹੈ ਤੇ ਅਸੀਂ ਡਰ ਜਾਂਦੇ ਹਾਂ। ਭਰਮ ਦਾ ਮਤਲਬ ਕਿ ਅਸਲੀਅਤ ਤੋਂ ਅਣਜਾਣ ਹੋਣਾ। ਤਾਂ ਗੁਰੂ ਜੀ ਕਹਿੰਦੇ ਨੇ ਅਸਲ ਵੈਸ਼ਨੋ ਉਹ ਹੈ ਜਿਸ ਦੀ ਜ਼ਿੰਦਗੀ ਚੋਂ ਸਾਰਾ ਭਰਮ ਮੁੱਕ ਗਿਆ ਹੈ, ਜਿਸ ਨੇ ਜੀਵਨ ਦੀ ਅਸਲੀਅਤ ਨੂੰ ਸਮਝ ਲਿਆ ਹੈ। ਦੇਖੋ, ਰੱਬ ਦੇ ਬਾਰੇ ਬੰਦੇ ਦਾ ਕਿਹੜਾ ਵੱਡਾ ਭਰਮ ਹੈ। ਸਭ ਤੋਂ ਵੱਡਾ ਭਰਮ ਬੰਦੇ ਦਾ ਇਹ ਹੈ ਕਿ ਮੈਂ ਰੱਬ ਤੋਂ ਵੱਖਰਾ ਹਾਂ ਤੇ ਰੱਬ ਵੱਖਰਾ ਹੈ। ਦੁਨੀਆ ਦੇ ਅੰਦਰ ਬੰਦੇ ਦਾ ਜੇ ਸਭ ਤੋਂ ਵੱਡਾ ਭਰਮ ਹੈ ਨਾ, ਤਾਂ ਉਹ ਭਰਮ ਇਹ ਹੈ ਕਿ ਮੈਂ ਰੱਬ ਦੇ ਨਾਲੋਂ ਵੱਖਰਾ ਹਾਂ ਤੇ ਰੱਬ ਮੇਰੇ ਨਾਲੋਂ ਵੱਖਰਾ ਹੈ। ਸੰਸਾਰ ਵੱਖਰਾ ਹੈ ਤੇ ਰੱਬ ਵੱਖਰਾ ਹੈ। ਦੁਨੀਆ ਦਾ ਸਭ ਤੋਂ ਵੱਡਾ ਭਰਮ ਹੈ। ਜਿਵੇਂ ਇੱਕ ਲਹਿਰ ਸਮਝੇ ਕਿ ਮੈਂ ਵੱਖਰੀ ਹਾਂ, ਸਮੁੰਦਰ ਵੱਖਰਾ ਹੈ। ਜਿਵੇਂ ਸੋਨੇ ਦੇ ਗਹਿਣੇ ਸਮਝ ਲੈਣ ਕਿ ਅਸੀਂ ਵੱਖਰੇ ਹਾਂ ਸੋਨੇ ਨਾਲੋਂ, ਸਾਡੀ ਵੱਖਰੀ ਹੋਂਦ ਹੈ, ਤਾਂ ਸਾਡੀ ਵੱਖਰੀ ਹੋਂਦ ਨਹੀਂ ਹੈ। ਰੱਬ ਇੱਕ ਜ਼ਿੰਦਗੀ ਦਾ ਦਰਿਆ ਹੈ, ਅਸੀਂ ਉਹਦੀਆਂ ਲਹਿਰਾਂ ਔਰ ਉਹਦੇ ਬੁਲਬੁਲੇ ਹਾਂ। ਔਰ ਬੰਦੇ ਦੀ ਜ਼ਿੰਦਗੀ ਵਿੱਚ ਇਹ ਭਰਮ ਹੈ ਕਿ ਸ਼ਾਇਦ ਝੂਠ ਬੋਲ ਕੇ, ਚਲਾਕੀਆਂ ਕਰਕੇ, ਦੂਜਿਆਂ ਨੂੰ ਠਿੱਬੀਆਂ ਲਾ ਕੇ, ਕਿਸੇ ਦਾ ਹੱਕ ਖਾ ਕੇ ਤੇ ਮੇਰੀ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੋ ਜਾਏਗਾ। ਇਹ ਇੱਕ ਭਰਮ ਹੈ। ਅਸੀਂ ਦੇਖਦੇ ਹਾਂ ਧਰਮ ਦੀ ਦੁਨੀਆ ਦੇ ਅੰਦਰ ਆਮ ਜਿਹੜੇ ਰਾਜਨੀਤਿਕ ਨੇ ਜਾਂ ਦੂਜੇ ਲੋਕ ਨੇ, ਅਸੀਂ ਸਮਝ ਲਈਏ ਕਿ ਯਾਰ ਉਹ ਧਰਮੀ ਨਹੀਂ ਹਨ, ਤੇ ਜਿਹੜਾ ਇੱਕ ਬੰਦਾ ਧਰਮੀ ਨਹੀਂ, ਰੱਬ ਨੂੰ ਨਹੀਂ ਮੰਨ ਰਿਹਾ, ਜੇ ਉਹ ਗਲਤ ਕੰਮ ਕਰਦਾ ਹੈ ਤੇ ਸਮਝ ਆਉਂਦੀ ਹੈ ਯਾਰ ਇਹ ਤਾਂ ਅਣਜਾਣ ਬੰਦਾ ਹੈ, ਇਹਨੂੰ ਪਤਾ ਨਹੀਂ ਤਾਂ ਇਹ ਗਲਤੀਆਂ ਕਰ ਰਿਹਾ। ਤੇ ਜਿਹੜੇ ਬੰਦੇ ਧਰਮੀ ਨੇ, ਆਪਣੇ ਆਪ ਨੂੰ ਧਰਮੀ ਅਖਵਾਉਂਦੇ ਨੇ, ਚਾਹੇ ਹਿੰਦੂ ਨੇ, ਮੁਸਲਮਾਨ ਨੇ, ਸਿੱਖ ਜਾਂ ਈਸਾਈ, ਕੋਈ ਵੀ ਨੇ, ਜੋ ਮੰਦਰਾਂ ਮਸੀਤਾਂ ਵਿੱਚ, ਗੁਰਦੁਆਰਿਆਂ ਵਿੱਚ ਜਾ ਰਹੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਤੇ ਐਸਾ ਨਹੀਂ ਨਾ ਹੋਣਾ ਚਾਹੀਦਾ ਕਿ ਉਹ ਬੇਗਾਨੇ ਹੱਕ ਖਾਈ ਜਾਣ, ਉਹ ਦੂਜਿਆਂ ਦੇ ਨਾਲ ਈਰਖਾ ਕਰੀ ਜਾਣ, ਉਹ ਦੂਜਿਆਂ ਨੂੰ ਬਣਦਾ ਮਾਣ ਆਦਰ ਨਾ ਦੇਣ, ਔਰ ਬੇਗਾਨੇ ਹੱਕਾਂ ਨੂੰ ਕਿਸੇ ਵੀ ਢੰਗ ਦੇ ਨਾਲ ਜੇ ਉਹ ਖਾਂਦੇ ਨੇ, ਤਾਂ ਕਿ ਉਹਨਾਂ ਨੂੰ ਤੁਸੀਂ ਧਰਮੀ ਕਹੋਗੇ ਜਾਂ ਉਹਨਾਂ ਨੂੰ ਇਨਸਾਨ ਕਹੋਗੇ? ਘੱਟ ਤੋਂ ਘੱਟ ਧਰਮੀ ਲੋਕਾਂ ਦੇ ਅੰਦਰ ਤੇ ਇਨਸਾਨੀਅਤ ਹੋਣੀ ਚਾਹੀਦੀ ਹੈ ਨਾ। ਕਿੰਨਾ ਵੱਡਾ ਭਰਮ ਹੈ ਨਾ ਕਿ ਅਸੀਂ ਰੱਬ ਦੇ ਉੱਤੇ ਵਿਸ਼ਵਾਸ ਕਰਦੇ ਹਾਂ। ਸਾਡਾ ਹੈ ਨਾ ਇਹ ਸਾਡਾ ਵੀ ਅਸੀਂ ਰੱਬ ਤੇ ਵਿਸ਼ਵਾਸ ਕਰਦੇ ਹਾਂ ਜੀ, ਅਸੀਂ ਤੇ ਰੱਬ ਨੂੰ ਮੰਨਣ ਵਾਲੇ ਹਾਂ ਜੀ। ਰੱਬ ਦੇ ਖਿਲਾਫ ਤਾਂ ਅਸੀਂ ਇੱਕ ਗੱਲ ਵੀ ਸੁਣ ਕੇ ਰਾਜੀ ਨਹੀਂ, ਰੱਬ ਦੇ ਉੱਤੇ ਸਾਡਾ ਪੂਰਾ ਵਿਸ਼ਵਾਸ ਹੈ। ਦੇਖੋ, ਮੈਂ ਕਿਸੇ ਇੱਕ ਬੰਦੇ ਦੀ ਗੱਲ ਨਹੀਂ ਕਰ ਰਿਹਾ। ਹਿੰਦੂ, ਮੁਸਲਮਾਨ, ਸਿੱਖ, ਈਸਾਈ, ਅਸੀਂ ਸਾਰੇ ਕਹਿੰਦੇ ਹਾਂ ਰੱਬ ਸਾਡਾ ਰਾਖਾ ਹੈ। ਕਹਿੰਦੇ ਆ ਨਾ, ਸਿਰ ਹਿਲਾ ਕੇ ਦੱਸ ਤੋ ਹਾਂ ਜਾਂ ਨਾ ਕਰ, ਕਹਿੰਦੇ ਆ ਨਾ ਰੱਬ ਸਾਡਾ ਰਾਖਾ ਹੈ, ਰੱਬ ਸਾਡੀ ਰਾਖੀ ਕਰੇਗਾ। ਰੱਬ ਸਾਡੇ ਅੰਦਰ ਦੀ ਗੱਲ ਨੂੰ ਜਾਣਦਾ ਹੈ, ਰੱਬ ਘਟ ਦੇ ਅੰਦਰ ਦੀ ਜਾਣਦਾ ਹੈ, ਰੱਬ ਸਾਡੀ ਰਾਖੀ ਕਰਦਾ ਹੈ, ਰਾਖੀ ਕਰਨ ਦੇ ਸਮਰੱਥ ਹੈ। ਇਹ ਗੱਲਾਂ ਅਸੀਂ ਕਹਿ ਰਹੇ ਹਾਂ ਨਾ, ਪਰ ਆਪ ਅਸੀਂ ਗੁਰਦੁਆਰੇ, ਮੰਦਰਾਂ, ਮਸੀਤਾਂ ਦੀ ਰਾਖੀ ਵਾਸਤੇ ਕੈਮਰੇ ਲਾਏ ਨੇ, ਆਪ ਅਸੀਂ ਗੋਲਕਾਂ ਨੂੰ ਜੰਦਰੇ ਮਾਰੇ ਨੇ, ਮੰਦਰਾਂ ਵਿੱਚ ਵੀ, ਮਸੀਤਾਂ ਵਿੱਚ ਵੀ, ਗੁਰਦੁਆਰਿਆਂ ਵਿੱਚ ਵੀ, ਆਪਣੇ ਘਰਾਂ ਵਿੱਚ ਵੀ। ਇਹਦਾ ਮਤਲਬ ਸਾਨੂੰ ਰੱਬ ਦੇ ਨਾਲੋਂ ਜ਼ਿਆਦਾ ਵਿਸ਼ਵਾਸ ਜੰਦਰੇ ਤੇ ਨਾ ਕਿ ਰੱਬ ਤੇ? ਰੱਬ ਤੇ ਕਿ ਜੰਦਰੇ ਤੇ? ਜੰਦਰੇ ਤੇ ਨਾ, ਤਾਂ ਹੀ ਜੰਦਰਾ ਮਾਰਿਆ। ਜੇ ਰੱਬ ਤੇ ਵਿਸ਼ਵਾਸ ਹੋਏ ਵੀ ਕਿਸੇ ਨੇ ਚੋਰੀ ਨਹੀਂ ਕਰਨੀ ਰੱਬ ਦੇ ਘਰ ਵਿੱਚ, ਤੇ ਅਸੀਂ ਜੰਦਰੇ ਕਿਉਂ ਮਾਰੀਏ? ਪਰ ਸਾਨੂੰ ਪਤਾ ਹੈ ਵੀ ਜੇ ਗੋਲਕ ਛੱਡੀ ਖਾਲੀ ਬਿਨਾਂ ਜੰਦਰੇ ਤੋਂ ਤੇ ਵਿੱਚ ਕੱਖ ਵੀ ਨਹੀਂ ਬਚਣਾ। ਸਾਡੇ ਵਰਗਿਆਂ ਨੇ ਡਾਲਣੇ, ਜਿਹਦੇ ਟੇਟੇ ਚੜ ਗਏ ਉਹਨੇ। ਸਾਨੂੰ ਪਤਾ ਹੈ ਵੀ ਜੇ ਕੈਮਰੇ ਨਾ ਹੋਏ, ਨਾ ਲਾਓ ਕੈਮਰੇ ਗੁਰਦੁਆਰਿਆਂ ਵਿੱਚ, ਮੰਦਰਾਂ ਵਿੱਚ, ਤੇ ਰੱਬ ਤੇ ਵਿਸ਼ਵਾਸ ਰੱਖੋ ਵੀ ਰੱਬ ਰਾਖੀ ਕਰੇਗਾ। ਰੱਬ ਤੇ ਵਿਸ਼ਵਾਸ ਕਿੱਥੇ ਹੈ ਤੁਹਾਨੂੰ? ਕੈਮਰਿਆਂ ਤੇ ਵਿਸ਼ਵਾਸ ਹੈ, ਜੰਦਰਿਆਂ ਤੇ ਵਿਸ਼ਵਾਸ ਹੈ। ਲੋਕਾਂ ਨੂੰ ਕੁੱਤਿਆਂ ਤੇ ਵਿਸ਼ਵਾਸ ਹੈ, ਕੁੱਤੇ ਰੱਖੇ ਨੇ ਚੋਰੀਆਂ ਫੜਨ ਲਈ। ਕੁੱਤਾ ਸੁਣ ਕੇ ਦੱਸਦਾ ਇਹ ਬੰਦਾ ਚੋਰ ਹੈ, ਇਹ ਬੰਦਾ ਕਾਤਲ ਹੈ, ਤੇ ਕਹਿ ਰਹੇ ਹਾਂ ਅਸੀਂ ਸਾਨੂੰ ਰੱਬ ਤੇ ਵਿਸ਼ਵਾਸ ਹੈ। ਭਰਮ ਹੈ ਨਾ, ਇਸ ਭਰਮ ਨੂੰ ਦੂਰ ਕਰੋ। ਐਵੇਂ ਆਪਣੇ ਆਪ ਨੂੰ ਰੱਬ ਦੇ ਵਿਸ਼ਵਾਸੀ ਨਾ ਸਮਝੀਏ। ਭਰਮ ਨੂੰ ਦੂਰ ਕਰੋ। ਮੈਂ ਵੀ ਕਰਾਂ, ਤੁਸੀਂ ਵੀ ਕਰੋ। ਆਪਣੀ ਜ਼ਿੰਦਗੀ ਨੂੰ ਵੇਖੋ ਕਿ ਅਸੀਂ ਕਰ ਕੀ ਰਹੇ ਹਾਂ, ਕਹਿ ਕੀ ਰਹੇ ਹਾਂ।
ਤਾਂ ਅਸਲ ਵੈਸ਼ਨੂ, ਅਸਲ ਭਗਉਤੀ ਹੋਏ ਜਿਹਦੀ ਜ਼ਿੰਦਗੀ ਚੋਂ ਭਰਮ ਖਤਮ ਹੋ ਗਿਆ ਹੈ, ਜਿਸ ਨੇ ਜ਼ਿੰਦਗੀ ਦੀ ਅਸਲੀਅਤ ਨੂੰ ਸਮਝ ਲਿਆ ਹੈ ਔਰ ਉਹ ਅਸਲੀਅਤ ਨੂੰ ਸਮਝ ਕੇ ਅਸਲੀਅਤ ਵਾਲੀ ਜ਼ਿੰਦਗੀ ਜੀਂਦਾ ਹੈ, ਮਨ, ਬਚਨ ਔਰ ਕਰਮ ਕਰਕੇ। ਕਾਸ਼ ਇਹ ਚੀਜ਼ਾਂ ਸਮਝ ਆ ਜਾਣ ਤੇ ਘੱਟ ਤੋਂ ਘੱਟ ਜੋ ਧਰਮ ਦੀ ਦੁਨੀਆ ਹੈ ਉਹਦੇ ਅੰਦਰ ਇਹ ਪਾਪ ਵਿਕਾਰ ਨਾ ਹੋਣ, ਹਰ ਬੰਦਾ ਅਸਲੀ ਧਰਮੀ ਹੋ ਜਾਏ, ਗੱਲੀ ਬਾਤੀ ਧਰਮੀ ਨਾ ਹੋਵੇ। ਕਿਉਂਕਿ ਧਰਮ ਦੇ ਨਾਮ ਦੇ ਉੱਤੇ ਕਿਤਨਾ ਸਾਰਾ ਡਰਾਮਾ ਕੀਤਾ ਜਾਂਦਾ ਹੈ, ਕਿੰਨਾ ਸਾਰਾ ਵਿਖਾਵਾ ਕੀਤਾ ਜਾਂਦਾ ਹੈ। ਗੁਰੂ ਰਹਿਮਤ ਕਰੇ, ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ। ਕਰ ਦਾ ਮਤਲਬ ਕਰਕੇ, ਸਮਝ ਕੇ। ਸਗਲ ਪਾਰ ਬ੍ਰਹਮ ਦਾ ਮਤਲਬ ਸਾਰਿਆਂ ਦੇ ਅੰਦਰ ਰੱਬ ਨੂੰ ਵਿਆਪਕ ਸਮਝ ਕੇ ਰੱਬ ਨੂੰ ਪੂਜੇ, ਅਕਾਲ ਪੁਰਖ ਨੂੰ ਹਰ ਥਾਂ ਸਮਝ ਕੇ ਪੂਜੇ, ਹਰ ਥਾਂ ਸਮਝ ਕੇ ਸੇਵਾ ਕਰੇ। ਤੁਸੀਂ ਮੇਰੀਆਂ ਭੈਣਾਂ, ਮੇਰੇ ਵੀਰ ਬੈਠੇ ਹੋ ਨਾ ਸਾਹਮਣੇ, ਤਾਂ ਮੈਂ ਤੁਹਾਡੇ ਵਿੱਚ ਰੱਬ ਨੂੰ ਸਮਝ ਕੇ ਤੁਹਾਡੇ ਨਾਲ ਵਿਹਾਰ ਕਰਾਂ, ਉਹ ਅਸਲੀ ਰੱਬ ਦਾ ਭਗਉਤੀ ਹੈ। ਰੱਬ ਵਰਗਾ ਪਿਆਰ, ਰੱਬ ਵਰਗਾ ਸਤਿਕਾਰ, ਰੱਬ ਵਰਗਾ ਵਿਹਾਰ ਆਪਸ ਦੇ ਵਿੱਚ ਹੈ। ਕਿਤੇ ਗੁਰਦੁਆਰੇ ਸਾਹਿਬਾਨ ਵਿੱਚ ਐਸਾ ਵੇਖਿਆ ਹੋਵੇ ਤੁਸੀਂ ਵੀ ਰੱਬ ਵਰਗਾ ਪਿਆਰ ਵਿਹਾਰ? ਕਿਉਂ ਭੈਣੋ ਮੇਰੇ ਵੀਰੋ, ਜਾਂ ਮੰਦਰਾਂ ਵਿੱਚ ਜਾਂ ਗੁਰਦੁਆਰਿਆਂ ਵਿੱਚ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਬਹੁਤਾਤ ਗਿਣਤੀ ਰੱਬ ਵਰਗਾ ਪਿਆਰ ਸਤਿਕਾਰ ਕਿਤੇ ਵੇਖਿਆ? ਗੁਰਦੁਆਰਿਆਂ ਵਿੱਚ, ਮੰਦਰਾਂ ਮਸੀਤਾਂ ਵਿੱਚ ਤੇ ਪੱਗਾਂ ਲੈ ਰਹੀਆਂ ਨੇ, ਡਾਂਗਾਂ ਖੜਕ ਰਹੀਆਂ। ਮੈਂ ਤੁਹਾਨੂੰ ਗੱਲ ਸੁਣਾਈ ਸੀ ਨਾ ਪਿੱਛੇ ਇੱਕ ਵਾਰੀ, ਇੱਧਰ ਕਰਨਾਲ ਸਾਈਡ ਦੀ, ਨੀਲੂਖੇੜ ਦੀ, ਉੱਧਰ ਮੈਂ ਰਹਿੰਦਾ, 15-20 ਬੰਦਿਆਂ ਨੇ ਡਾਂਗਾਂ ਚੁੱਕੀਆਂ। ਮੈਂ ਕਿਹਾ ਵੀਰੇ ਕਿੱਧਰ ਚੱਲੇ ਅੱਜ? ਕਹਿਣ ਲੱਗੇ ਗੁਰਦੁਆਰਾ ਸਾਹਿਬ। ਜਾਣੂ ਸੰਸਾਰੇ। ਮੈਂ ਕਿਹਾ ਕੋਈ ਗੱਤਕੇ ਦਾ ਪ੍ਰੋਗਰਾਮ ਹੈ? ਇਸ ਟਾਈਮ ਕੋਈ ਗੁਰਪੁਰਬ ਤੇ ਹੈ ਨਹੀਂ, ਸ਼ਾਮ ਦਾ ਟਾਈਮ। ਮੈਂ ਕਿਹਾ ਗੱਤਕੇ ਦਾ ਪ੍ਰੋਗਰਾਮ ਹੈ? ਕਹਿਣ ਲੱਗੇ ਨਹੀਂ। ਤੇ ਮੈਂ ਕਿਹਾ ਡਾਂਗਾਂ ਕਿਉਂ ਚੁੱਕੀਆਂ ਨੇ? ਕਹਿਣ ਲੱਗੇ ਅੱਜ ਗੁਰਦੁਆਰੇ ਪ੍ਰਧਾਨ ਬਣਾਉਣਾ ਹੈ, ਪ੍ਰਧਾਨ ਦੀ ਚੋਣ ਹੈ, ਪ੍ਰਧਾਨ ਬਣਾਉਣਾ, ਡਾਂਗਾਂ ਤਾਂ ਚੁੱਕੀਆਂ। ਤੇ 6 ਮਹੀਨੇ ਬਾਅਦ ਫਿਰ ਡਾਂਗਾਂ ਚੁੱਕੀਆਂ। ਮੈਂ ਕਿਹਾ ਵੀ ਅੱਜ ਕਹਿਣ ਲੱਗੇ ਅੱਜ ਪ੍ਰਧਾਨ ਹਟਾਣਾ ਹੈ। ਇਹੀ ਕਰ ਰਹੇ ਨਾ ਧਰਮ ਦੀ ਦੁਨੀਆ ਵਿੱਚ, ਧਾਰਮਿਕ ਅਸਥਾਨਾਂ ਵਿੱਚ। ਤਾਂ ਕਰ ਪੂਜੈ ਸਗਲ ਪਾਰ ਬ੍ਰਹਮ, ਰੱਬ ਦਾ ਪਿਆਰਾ ਅਸਲੀ ਉਹ ਹੈ ਜੋ ਸਾਰਿਆਂ ਦੇ ਵਿੱਚ ਰੱਬ ਨੂੰ ਵੇਖ ਕੇ ਤੇ ਰੱਬ ਦੀ ਸੇਵਾ ਕਰੇ, ਰੱਬ ਵਰਗਾ ਵਿਹਾਰ ਕਰੇ। ਇਹ ਹੈ ਭਗਤੀ। ਸਾਧ ਸੰਗ ਪਾਪਾਂ ਮਲ ਖੋਵੈ। ਸਾਧ ਦਾ ਮਤਲਬ ਗੁਰੂ, ਸੰਗ ਦਾ ਮਤਲਬ ਸ਼ਰਨ। ਗੁਰੂ ਦੀ ਸ਼ਰਨ ਵਿੱਚ ਚਲਾ ਜਾਏ, ਗੁਰੂ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦੇਵੇ, ਸਰੈਂਡਰ ਹੋ ਜਾਏ। ਪਾਪਾਂ ਮਲ ਖੋਵੇ ਤੇ ਆਪਣੀ ਜ਼ਿੰਦਗੀ ਚੋਂ ਪਾਪਾਂ ਦੀ ਮੈਲ ਨੂੰ ਖਤਮ ਕਰ ਦੇਵੇ। ਸੋਚ ਵਿੱਚੋਂ ਕਿਤੇ ਸੋਚ ਦੇ ਅੰਦਰ ਵੀ ਪਾਪ ਨਾ ਹੋਵੇ। ਪਾਪ ਕਰਨਾ ਤਾਂ ਦੂਰ ਦੀ ਗੱਲ, ਅੰਦਰ ਪਾਪ ਦਾ ਫੁਰਨਾ ਵੀ ਨਾ ਫੁਰੇ। ਸਾਧ ਸੰਗ, ਗੁਰੂ ਦੀ ਸ਼ਰਨ ਵਿੱਚ ਰਹੇ, ਗੁਰੂ ਅੱਗੇ ਸਰੈਂਡਰ ਹੋਵੇ, ਆਪਣੀ ਮੱਤ ਨੂੰ ਛੱਡੇ, ਪਾਪਾਂ ਮਲ ਖੋਵੇ ਔਰ ਪਾਪਾਂ ਦੀ ਮੈਲ ਨੂੰ ਖਤਮ ਕਰ ਦੇਵੇ। ਗੁਰੂ ਜੀ ਕਹਿੰਦੇ ਨੇ ਤਿਸ ਭਗਉਤੀ ਕੀ ਮੱਤ ਉੱਤਮ ਹੋਵੇ। ਉਸ ਰੱਬ ਦੇ ਭਗਤ ਦੀ ਮੱਤ ਸ੍ਰੇਸ਼ਟ ਹੋ ਜਾਂਦੀ ਹੈ, ਉਹਨੂੰ ਅਸੀਂ ਭਗਉਤੀ ਕਹਿ ਸਕਦੇ ਹਾਂ। ਭਗਉਤੀ ਨਿਰਾ ਰਾਸ ਲੀਲਾ ਪਾਉਣ ਨਾਲ ਨਹੀਂ ਬਣ ਜਾਂਦਾ, ਨੱਚਣ ਟੱਪਣ ਦੇ ਨਾਲ ਨਹੀਂ ਬਣ ਜਾਂਦਾ, ਰੱਬ ਦੇ ਸਾਂਗ ਬਣਾਉਣ ਦੇ ਨਾਲ ਨਹੀਂ ਬਣ ਜਾਂਦਾ। ਨੱਚੇ ਟੱਪੇ ਭਗਤ ਨਾ ਹੋਏ ਵਾਲੀ ਗੱਲ ਨਹੀਂ ਹੈ। ਉਸ ਭਗਉਤੀ ਦੀ ਮੱਤ ਉੱਤਮ ਹੋ ਜਾਂਦੀ ਹੈ, ਉਹਦੇ ਅੰਦਰ ਸ੍ਰੇਸ਼ਟ ਗਿਆਨ ਪੈਦਾ ਹੋ ਜਾਂਦਾ ਹੈ, ਯਥਾਰਥ ਗਿਆਨ, ਕਾਮਨ ਸੈਂਸ, ਵਿਵੇਕ ਬੁੱਧ ਪੈਦਾ ਹੋ ਜਾਂਦੀ ਹੈ, ਨਿਰਮਲ ਬੁੱਧ। ਉਹਦੇ ਨਾਲ ਉਹ ਸਹੀ ਫੈਸਲੇ ਲੈਂਦਾ ਹੈ। ਸਮਾਜ ਵਿੱਚ ਵਿਚਰਨ ਲਈ, ਪਰਿਵਾਰ ਵਿੱਚ ਵਿਚਰਨ ਲਈ, ਰਾਜਨੀਤੀ ਵਿੱਚ ਵਿਚਰਨ ਲਈ, ਹਰ ਥਾਂ ਤੇ ਮੈਲ ਤੋਂ ਰਹਿਤ ਉਹਦੇ ਫੈਸਲੇ ਹੋਣਗੇ, ਮੈਲ ਤੋਂ ਰਹਿਤ ਉਹਦੇ ਵਿਚਾਰ ਹੋਣਗੇ, ਕਿਉਂਕਿ ਮੱਤ ਉੱਤਮ ਹੈ ਨਾ। ਤੇ ਇਸ ਮੱਤ ਨੂੰ ਹੀ ਅਸੀਂ ਧੋਣਾ ਹੈ। ਗੁਰਦੁਆਰਾ ਸਾਹਿਬ ਆਉਣ ਦਾ ਮਤਲਬ ਹੀ ਇਹ ਹੈ, ਆਉਣਾ ਹੀ ਇਸ ਕਰਕੇ ਹੈ। ਬਾਣੀ ਅਸੀਂ ਪੜ੍ਹਦੇ ਹੀ ਤਾਂ ਹਾਂ, ਕਲਾਸ ਲਗਾ ਹੀ ਤਾਂ ਰਹੇ ਹਾਂ, ਸੰਗਤ ਕਰ ਹੀ ਤਾਂ ਰਹੇ ਹਾਂ ਕਿ ਸਾਡੀ ਮੱਤ ਧੁੱਪ ਜਾਏ। ਕੁਛ ਤੁਸੀਂ ਭੈਣ ਵੀਰ ਹੋ, ਕੁਛ ਤੁਸੀਂ ਮੈਨੂੰ ਦੱਸੋ ਕਿ ਭਾਈ ਸਾਹਿਬ ਇੱਥੇ ਤੁਹਾਡੇ ਵਿੱਚ ਗੜਬੜ ਹੈ, ਇੱਥੇ ਗਲਤੀ ਹੈ, ਤੁਸੀਂ ਆਪਣੀ ਗਲਤੀ ਸੁਧਾਰੋ। ਕੁਛ ਮੇਰੀਆਂ ਗਲਤੀਆਂ ਸੁਧਰਨ, ਕੁਛ ਮੈਂ ਤੁਹਾਨੂੰ ਦੱਸਾਂ ਵੀ ਵੀਰ ਜਾਂ ਭੈਣ ਇੱਥੇ ਤੁਸੀਂ ਗਲਤ ਹੋ, ਇਸ ਗਲਤੀ ਨੂੰ ਜੇ ਸੁਧਾਰ ਲਓ ਤੁਹਾਡੀ ਪਰਸਨੈਲਿਟੀ ਹੋਰ ਚੰਗੀ ਹੋ ਸਕਦੀ ਹੈ। ਤਾਂ ਕਲਾਸ ਦਾ ਜਾਂ ਸੰਗਤ ਵਿੱਚ ਆਉਣ ਦਾ, ਬਾਣੀ ਪੜ੍ਹਨ ਦਾ ਭਾਵ ਹੀ ਇਹ ਹੈ, ਭਰੀਏ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਪ੍ਰਭੂ ਦੇ ਗੁਣਾਂ ਦੇ ਨਾਲ ਅਸੀਂ ਆਪਣੀ ਇਸ ਮਾੜੀ ਮੱਤ ਨੂੰ ਧੋਣਾ ਹੈ। ਉਹ ਹੈ ਰੱਬ ਦਾ ਭਗਤ, ਰੱਬ ਦਾ ਪਿਆਰਾ।
ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਜਿਹੜਾ ਹਰ ਵੇਲੇ ਰੱਬ ਦੀ ਸੇਵਾ ਕਰਦਾ ਹੈ। ਟਹਿਲ ਦਾ ਮਤਲਬ ਸੇਵਾ, ਜੀਵਨ ਦੇ ਅੰਦਰ ਸੇਵਾ ਕਰਦਾ ਹੈ ਰੱਬ ਦੀ। ਹੁਣ ਦੇਖੋ, ਜੇ ਰੱਬ ਦੀ ਸੇਵਾ ਕਰਨੀ ਹੋਵੇ ਤਾਂ ਕਿਵੇਂ ਕਰੋਗੇ? ਜੇ ਤੁਸੀਂ ਰੱਬ ਨੂੰ ਵੱਖਰਾ ਮੰਨੋ ਕਿ ਉੱਤੇ ਕਿਤੇ ਸਵਰਗ ਵਿੱਚ ਬੈਠਾ ਹੈ, ਸੱਚਖੰਡ ਵਿੱਚ ਬੈਠਾ ਹੈ, ਜੰਨਤ ਵਿੱਚ ਬੈਠਾ ਹੈ, ਤੇ ਫਿਰ ਕਿਵੇਂ ਜਾਓਗੇ ਉਹਦੀ ਸੇਵਾ ਕਰਨ ਲਈ? ਫਿਰ ਉਹਦੀ ਸੇਵਾ ਕਰਨ ਲਈ ਕਿਵੇਂ ਜਾਓਗੇ? ਤੇ ਜੇ ਤੁਸੀਂ ਕਹਿ ਦਿਓ ਵੀ ਅਸੀਂ ਰੱਬ ਨੂੰ ਚਲੋ ਭੋਗ ਹੀ ਲਵਾ ਦੇਈਏ, ਪਕੌੜੇ ਹੀ ਖਵਾ ਦੇਈਏ, ਗੁਲਾਬ ਜਾਮਨਾਂ ਨੂੰ ਭੋਗ ਲਵਾ ਦੇਈਏ, ਤਾਂ ਗੁਰੂ ਜੀ ਕਹਿੰਦੇ ਨੇ ਨਿਰਾਹਾਰ ਨਿਰਵੈਰ ਸੁਖਦਾਈ। ਉਹ ਤੇ ਨਿਰਾਹਾਰ ਹੈ, ਉੱਤੇ ਖਾਂਦਾ ਹੀ ਨਹੀਂ ਕੁਛ। ਨਿਰਵੈਰ ਵੀ ਹੈ, ਨਿਰਾਹਾਰ ਹੈ, ਉੱਤੇ ਖਾਂਦਾ ਹੀ ਨਹੀਂ ਕੁਛ। ਤੇ ਖਵਾਓਗੇ ਕਿਵੇਂ? ਕਿਵੇਂ ਸੇਵਾ ਕਰੋਗੇ? ਤਾਂ ਰੱਬ ਸਰਬ ਵਿਆਪਕ ਹੈ। ਆ ਸਾਰਾ ਦਿਸਦਾ ਜਗਤ ਰੱਬ ਦਾ ਰੂਪ ਹੈ। ਵੀ ਸੰਸਾਰ ਤੁਮ ਦੇਖਦੇ, ਇਹਦੀ ਸੇਵਾ ਕਰਨੀ ਹੀ ਰੱਬ ਦੀ ਸੇਵਾ ਹੈ। ਵਿੱਚ ਦੁਨੀਆ ਸੇਵ ਕਮਾਈ ਹੈ, ਇੱਕ ਦੂਜੇ ਦਾ ਸਹਿਯੋਗ, ਪਸ਼ੂ ਪੰਛੀਆਂ ਦੀ ਸੇਵਾ, ਵਨਸਪਤੀ ਦੀ ਸੇਵਾ, ਹਵਾ ਨੂੰ ਸਾਫ਼ ਰੱਖਣ ਦੀ ਸੇਵਾ, ਪੋਲੂਸ਼ਨ ਤੋਂ ਬਚਾਉਣਾ, ਪਾਣੀ ਦੀ ਸੇਵਾ, ਪੋਲੂਸ਼ਨ ਤੋਂ ਬਚਾਉਣਾ, ਧਰਤੀ ਦੀ ਸੇਵਾ, ਮਨੁੱਖ ਮਾਤਰ ਦੀ, ਜੀਵ ਜਨਤਾ ਦੀ, ਇੱਕ ਦੂਜੇ ਦਾ ਸਹਿਯੋਗ ਕਰਨਾ, ਉਹ ਹਮੇਸ਼ਾ ਰੱਬ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ। ਉਹਨੂੰ ਅਸੀਂ ਭਗਉਤੀ ਕਹਿ ਸਕਦੇ ਹਾਂ। ਮੇਰਾ ਰਾਸ ਲੀਲਾ ਕਰਨ ਵਾਲਾ ਨਹੀਂ। ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਮਨ ਤਨ ਅਰਪੈ ਬਿਸ਼ਨ ਪ੍ਰੀਤ। ਬਿਸ਼ਨ ਦਾ ਮਤਲਬ ਰੱਬ। ਮਨ ਤਨ ਅਰਪੈ, ਅਰਪੈ ਦਾ ਮਤਲਬ ਅਰਪਣ ਕਰ ਦਿੰਦਾ ਹੈ। ਬਿਸ਼ਨ ਪ੍ਰੀਤ ਦਾ ਮਤਲਬ ਰੱਬ ਦੀ ਪ੍ਰੀਤ ਤੋਂ, ਰੱਬ ਦੇ ਪਿਆਰ ਤੋਂ ਆਪਣਾ ਆਪਾ ਵਾਰਦਾ ਹੈ। ਉਹ ਖੀਰ ਕੜਾਹ ਨਹੀਂ ਵਾਰਦਾ, ਪਕੌੜੇ ਨਹੀਂ ਵਾਰਦਾ, ਫੁੱਲ ਨਹੀਂ ਵਾਰਦਾ, ਪੈਸਾ ਨਹੀਂ ਵਾਰਦਾ, ਆਪਣਾ ਆਪਾ, ਮਨ ਵੀ ਔਰ ਤਨ ਵੀ ਰੱਬ ਦੇ ਪਿਆਰ ਤੋਂ ਕੁਰਬਾਨ ਕਰ ਦਿੰਦਾ ਹੈ। ਮਨ ਅਰਪਣ ਦਾ ਮਤਲਬ ਹੈ ਮਨ ਦੀ ਮੱਤ को ਤਿਆਗ ਦਿੰਦਾ ਹੈ। ਤੇ ਤਨ ਅਰਪਣ ਦਾ ਮਤਲਬ ਹੈ ਤਨ ਦੇ ਨਾਲ ਉਹ ਚੰਗੇ ਪਿਆਰੇ ਸੱਚੇ ਸੁੱਚੇ ਕਰਮ ਕਰਦਾ ਹੈ। ਮਨ ਤਨ ਅਰਪੈ ਬਿਸ਼ਨ ਪ੍ਰੀਤ, ਰੱਬ ਦੇ ਪਿਆਰ ਤੋਂ ਉਹ ਆਪਣਾ ਤਨ ਮਨ ਕੁਰਬਾਨ ਕਰ ਦਿੰਦਾ ਹੈ। ਹਰ ਕੇ ਚਰਨ ਹਿਰਦੈ ਬਸਾਵੈ, ਚਰਨ ਦਾ ਮਤਲਬ ਰੱਬ ਦੇ ਗੁਣ, ਰੱਬ ਦੇ ਗੁਣਾਂ ਨੂੰ ਉਹ ਆਪਣੇ ਹਿਰਦੇ ਵਿੱਚ, ਹਿਰਦੇ ਦਾ ਮਤਲਬ ਮੈਂਟੈਲਿਟੀ, ਮਾਨਸਿਕਤਾ, ਸੋਚ, ਰੱਬ ਦੇ ਗੁਣਾਂ ਨੂੰ ਉਹ ਆਪਣੇ ਹਿਰਦੇ ਵਿੱਚ, ਆਪਣੀ ਸੋਚ ਦੇ ਅੰਦਰ ਵਸਾਉਂਦਾ ਹੈ। ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ। ਗੁਰੂ ਜੀ ਕਹਿੰਦੇ ਨੇ ਐਸਾ ਹੈ ਅਸਲ ਭਗਵਾਨ ਦਾ ਭਗਤ, ਜੋ ਉਸ ਭਗਵੰਤ ਨੂੰ ਪਾ ਲੈਂਦਾ ਹੈ, ਰੱਬ ਨੂੰ ਲੱਭ ਲੈਂਦਾ ਹੈ, ਰੱਬ ਦੇ ਅੰਦਰ ਸਮਾ ਜਾਂਦਾ ਹੈ, ਰੱਬ ਦਾ ਰੂਪ ਹੋ ਜਾਂਦਾ ਹੈ, ਜਿਹੜਾ ਐਸੀ ਜ਼ਿੰਦਗੀ ਜਿੰਦਾ ਹੈ। ਤਾਂ ਇਸ ਪਾਵਨ ਅਸ਼ਟਪਦੀ ਦੇ ਅੰਦਰ ਜੋ ਅਲੱਗ-ਅਲੱਗ ਫਿਰਕੇ ਨੇ ਜਾਂ ਧਰਮ ਦੇ ਨਾਮ ਦੇ ਉੱਤੇ ਬਹੁਤ ਸਾਰੇ ਕਰਮ ਕਾਂਡ ਨੇ, ਉਹਨਾਂ ਦਾ ਗੁਰਦੇਵ ਨੇ ਜ਼ਿਕਰ ਕੀਤਾ ਹੈ। ਉਹ ਜੋ ਅੰਧ ਵਿਸ਼ਵਾਸ ਨੇ, ਭਰਮ ਨੇ, ਉਹਨਾਂ ਨੂੰ ਗੁਰਦੇਵ ਨੇ ਦੂਰ ਕੀਤਾ ਹੈ ਔਰ ਸਾਨੂੰ ਅਸਲੀ ਜ਼ਿੰਦਗੀ ਦੱਸੀ ਹੈ ਕਿ ਕਿੰਨੀ ਸਿੰਪਲ ਜ਼ਿੰਦਗੀ ਹੈ, ਕਿੰਨਾ ਸੌਖਾ ਤਰੀਕਾ ਹੈ। ਇਹਨਾਂ ਕਰਮ ਕਾਂਡਾਂ ਨੂੰ, ਵਿਖਾਵਿਆਂ ਨੂੰ, ਪਹਿਨਾਵਿਆਂ ਨੂੰ, ਪਖੰਡ ਨੂੰ ਤਿਆਗ ਕੇ ਸੱਚੀ ਸੁੱਚੀ ਜ਼ਿੰਦਗੀ ਜੀਣੀ ਔਰ ਸਾਰਿਆਂ ਦੇ ਅੰਦਰ ਇੱਕ ਮਾਲਕ ਨੂੰ ਵੇਖਣਾ, ਆਪਣੇ ਗਿਆਨ ਇੰਦਰੀਆਂ ਦੇ ਨਾਲ ਕਿਸੇ ਝੂਠ ਫਰੇਬ ਆਦਿਕ ਨੂੰ ਟੱਚ ਵੀ ਨਾ ਕਰਨ ਦੇਣਾ, ਸਭ ਦੇ ਅੰਦਰ ਰੱਬ ਨੂੰ ਵੇਖ ਕੇ ਰੱਬ ਵਰਗਾ ਪਿਆਰ ਸਤਿਕਾਰ ਕਰਨਾ, ਆਪਣੀ ਜ਼ਿੰਦਗੀ ਚੋਂ ਭਰਮ ਅਗਿਆਨਤਾ ਨੂੰ ਮਿਟਾ ਕੇ ਜੀਵਨ ਦੀ ਅਸਲੀਅਤ ਨੂੰ ਸਮਝਣ ਦੀ ਟਰਾਈ ਕਰਨੀ, ਔਰ ਜਿਹੜਾ ਵੀ ਐਸੀ ਜ਼ਿੰਦਗੀ ਜੀਵੇਗਾ ਉਹ ਉਸ ਰੱਬ ਦੇ ਅੰਦਰ ਅਪੇਦ ਹੋ ਜਾਏਗਾ। ਤਾਂ ਇਹਨਾਂ ਕੁਛ ਕਹਿੰਦਾ ਮੈਂ ਖਿਮਾ ਦਾ ਜਾਚਕ ਹਾਂ। ਅੱਜ ਦੀ ਇਸ ਵਿਚਾਰ ਦੇ ਅੰਦਰ ਜੇ ਕਿਸੇ ਵੀਰ ਭੈਣ ਨੇ ਆਪਣਾ ਕੋਈ ਸਵਾਲ ਪੁੱਛਣਾ ਹੋਏ ਤਾਂ ਉਹ ਆਪਣਾ ਸਵਾਲ ਪੁੱਛ ਸਕਦਾ ਹੈ। ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਹੋਣ ਤੇ ਉਹ ਆਪਣੇ ਵਿਊਜ਼ ਦੇ ਸਕਦਾ ਹੈ। ਫੇਸਬੁੱਕ ਤੇ ਵੀ ਜਿਹੜੇ ਮੇਰੇ ਵੀਰ ਸਰਵਣ ਕਰ ਰਹੇ ਸੀ ਉਹਨਾਂ ਦਾ ਵੀ ਬਹੁਤ ਸਾਰਾ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ। ਤੇ ਜੇ ਕਿਸੇ ਵੀਰ ਨੇ ਆਪਣਾ ਸੁਝਾਅ ਦੇਣਾ ਤੇ ਉਹ ਸੁਝਾਅ ਦੇ ਸਕਦਾ ਹੈ। ਤੇ ਇੱਕ ਮੈਂ ਨਿੱਕੀ ਜਿਹੀ ਬੇਨਤੀ ਕਰਨੀ ਸੀ ਆਪਣੀ ਕਲਾਸ ਦੇ ਵਿੱਚ ਕਿ ਜੇ ਕੋਈ ਇੱਥੇ ਬੁੱਲ 'ਚ ਮੇਰੇ ਲਾਗੇ ਚਾਗੇ ਹੈ ਰਾਮਗੜੀਆ ਗੁਰਦੁਆਰਾ ਸਾਹਿਬ ਦੇ ਤੇ ਕਿਸੇ ਕੋਲ ਟਾਈਮ ਹੋਏ ਤਾਂ ਮੈਂ ਗਰੇਵਜੈਂਡ ਗੁਰਦੁਆਰਾ ਸਾਹਿਬ ਜਾਣਾ ਚਾਹੁੰਦਾ। ਜੇ ਕੋਈ ਛੱਡ ਸਕਦਾ ਹੋਵੇ ਤੇ ਉਹ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ। ਜੇ ਕਿਸੇ ਕੋਲ ਬਾਈ ਚਾਂਸ ਟਾਈਮ ਹੋਏ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਗਿਆਨੀ ਜੀ। ਤੇ ਅੱਜ ਦੀ ਕਥਾ ਜੀ ਆਪਾਂ ਨੇ ਸਾਰਿਆਂ ਨੇ ਸੁਣ ਲਈ ਆ। ਤੇ ਜਿੱਦਾਂ ਗਿਆਨੀ ਜੀ ਨੇ ਕਿਹਾ ਹੀ ਆ ਕਿ ਜੇ ਕਿਸੇ ਨੇ ਅੱਜ ਦੀ ਵਿਚਾਰ ਦੇ ਵਿੱਚੋਂ ਆਪਣੇ ਵਿਚਾਰ ਦੇਣੇ ਆ ਜਾਂ ਕੋਈ ਗੱਲਬਾਤ ਤੁਸੀਂ ਕਰਨੀ ਚਾਹੁੰਦੇ ਆ, ਕੋਈ ਸਵਾਲ ਪੁੱਛਣਾ ਚਾਹੁੰਦੇ ਆ ਤਾਂ ਅਨਮਿਊਟ ਹੋ ਜਾਓ
ਤੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ। ਤੇ ਹਰਵਿੰਦਰ ਕੌਰ ਜੀ ਤੁਸੀਂ ਅਨਮਿਊਟ ਆ ਜੀ। ਹਾਂਜੀ ਵੀਰ ਜੀ, ਬਿਸ਼ਨ ਕੀ ਮਾਇਆ ਤੇ ਹੋਏ ਪਏ, ਬਿਸ਼ਨ ਦਾ ਮਤਲਬ ਕੀ ਹੈ? ਇੱਥੇ ਵਿਸ਼ਨ ਦਾ ਮਤਲਬ ਭੈਣ ਵਾਹਿਗੁਰੂ ਰੱਬ। ਵਾਹਿਗੁਰੂ ਹਾਂਜੀ ਰੱਬ, ਪਰਮਾਤਮਾ। ਹਾਂਜੀ ਪਰਮਾਤਮਾ ਅਕਾਲ। ਠੀਕ ਹੈ, ਥੈਂਕ ਯੂ ਜੀ। ਵੈਸੇ ਵਿਸ਼ਨ ਸ਼ਬਦ ਵਿਸ਼ਨੂੰ ਵਾਸਤੇ ਵਰਤਿਆ, ਲੇਕਿਨ ਗੁਰਬਾਣੀ ਦੇ ਅੰਦਰ ਇਹ ਸਾਰੇ ਸ਼ਬਦ ਅਕਾਲ ਪੁਰਖ ਵਾਸਤੇ ਵਰਤੇ। ਓਕੇ, ਥੈਂਕ ਯੂ ਸੋ ਮਚ। ਕੋਈ ਗੱਲ। ਧੰਨਵਾਦ ਜੀ। ਹੋਰ ਕਿਸੇ ਨੇ ਜੀ ਕੋਈ ਅਨਮਿਊਟ ਹੋ ਜਾਓ ਜੀ, ਕਿਸੇ ਨੇ ਕੁਝ ਪੁੱਛਣਾ ਤਾਂ, ਨਹੀਂ ਤਾਂ ਫਿਰ ਆਪਾਂ ਸਮਾਪਤੀ ਵੱਲ ਨੂੰ ਵਧੀਏ। ਠੀਕ ਹੈ ਜੀ, ਆਪਾਂ ਇੱਥੇ ਫਿਰ ਸਮਾਪਤੀ ਕਰ ਦਿੰਦੇ ਆ ਜੀ। ਤੇ ਸੁਰਿੰਦਰ ਕੌਰ ਭੈਣ ਜੀ 2 ਨੰਬਰ। ਹਾਂਜੀ ਹੁਣ 2 ਜਣੇ ਹੋ ਗਏ ਜੀ। ਸੁਰਿੰਦਰ ਕੌਰ ਪਹਿਲਾਂ ਅਨਮਿਊਟ ਹੋਏ। ਹਾਂਜੀ ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਮੇਰੀ ਭੈਣ। ਭਗਉਤੀ ਦਾ ਮਤਲਬ ਦੱਸਿਓ ਬਾਬਾ ਜੀ ਕੀ ਹੁੰਦਾ? ਭਗਉਤੀ ਦਾ ਮਤਲਬ ਜੀ ਇੱਕ ਨਾ ਫਿਰਕਾ ਹੁੰਦਾ ਹੈ ਭਗਉਤੀ ਦਾ। ਜੀ ਉਹ ਆਪਣਾ ਵਿਸ਼ਨੂੰ ਦੀ ਕਰਦੇ ਨੇ ਪੂਜਾ, ਜਿਹੜੇ ਵਿਸ਼ਨੂੰ ਦੇ ਅਵਤਾਰ ਨੇ ਜਿਵੇਂ ਕ੍ਰਿਸ਼ਨ ਭਗਵਾਨ ਜਾਂ ਹੋਰ, ਤੇ ਉਹਨਾਂ ਦੇ ਉਹ ਰਾਸ ਲੀਲਾ ਵਗੈਰਾ ਪਾਉਂਦੇ ਨੇ, ਉਹਨਾਂ ਨੂੰ ਮੰਨਦੇ ਨੇ ਵਿਸ਼ਨੂੰ ਨੂੰ, ਉਹਨੂੰ ਭਗਉਤੀ ਕਹਿੰਦੇ। ਅੱਛਾ ਜੀ। ਹਾਂਜੀ, ਤੇ ਗੁਰੂ ਜੀ ਨੇ ਇਹਦੇ ਵਿੱਚ ਦੱਸਿਆ ਵੀ ਅਸਲੀ ਭਗਉਤੀ ਉਹ ਹੈ ਜਿਹਨੂੰ ਰੱਬ ਦੀ ਭਗਤੀ ਦਾ, ਰੱਬ ਦੇ ਗੁਣਾਂ ਦਾ ਪਿਆਰ ਜਿਹਦੇ ਅੰਦਰ ਪੈਦਾ ਹੋ ਗਿਆ, ਉਹ ਭਗਉਤੀ ਨਹੀਂ ਹੈ। ਉਹਨਾਂ ਨੂੰ ਅਸੀਂ ਰੱਬ ਦੇ ਭਗਤ ਨਹੀਂ ਕਹਿ ਸਕਦੇ ਵੀ ਜਿਹੜੇ ਕੇਵਲ ਰਾਸ ਲੀਲਾ ਵਗੈਰਾ ਹੀ ਕਰਦੇ ਨੇ ਜਾਂ ਕੁਛ ਐਸੇ ਕਰਮ ਕਾਂਡ ਕਰਦੇ ਨੇ। ਅਸਲੀ ਰੱਬ ਦਾ ਭਗਤ ਉਹ ਹੈ ਜੋ ਰੱਬ ਦੀ ਗੁਣਾਂ ਦੇ ਵਿੱਚ ਰੰਗਿਆ ਗਿਆ, ਰੱਬੀ ਰਜ਼ਾ ਵਿੱਚ। ਅੱਛਾ ਜੀ, ਥੈਂਕ ਯੂ ਜੀ। ਧੰਨਵਾਦ ਜੀ। ਤੇ ਸੁਰਿੰਦਰ ਕੌਰ ਜੀ, ਸੁਰਿੰਦਰ ਕੌਰ 2। ਹਾਂਜੀ, ਮੈਂ ਗਿਆਨੀ ਜੀ ਨੇ ਪੁੱਛਣਾ ਸੀ, ਮੇਰੇ ਤੋਂ ਸੈਚਰਡੇ ਦੀ ਕਲਾਸ ਮਿਸ ਹੋ ਗਈ, ਕਿ ਉਹ ਵੀ ਕੈਚਅਪ ਤੇ ਮੈਂ ਫੋਲੋ ਕਰ ਸਕਦੀ ਹਾਂ? ਹਾਂਜੀ, ਮੇਰੇ ਤੋਂ ਸੈਚਰਡੇ ਦੀ ਕਲਾਸ ਮਿਸ ਹੋ ਗਈ ਸੀ ਕਿ ਸੈਚਰਡੇ, ਹਾਂਜੀ ਉਹ ਮੈਂ ਕੈਚਅਪ ਕਰ ਸਕਦੀ ਹਾਂ YouTube ਤੇ ਜਾਂ ਹੋਰ? ਹਾਂਜੀ, ਉਹ ਤੁਸੀਂ ਫੇਸਬੁੱਕ ਦੇ ਉੱਤੇ ਮੈਂ ਕੀਤਾ ਹੈ ਆਪਣਾ ਸ਼ੇਅਰ, ਉੱਥੋਂ ਤੁਸੀਂ ਸੁਣ ਸਕਦੇ ਹੋ। ਫੇਸਬੁੱਕ ਤੇ ਫੇਸਬੁੱਕ ਤੇ ਨਾ ਮੇਰੀ ਆਈਡੀ ਦੇ ਵਿੱਚ ਉਹ ਮੰਗਰ ਮਾਹੇ ਸੁਹੰਦੀਆਂ ਉੱਤੇ ਲਿਖਿਆ ਹੋਏਗਾ, ਮੰਗਰ ਦੇ ਮਹੀਨੇ ਦੀ ਅਸੀਂ ਕੀਤੀ ਸੀ ਵਿਚਾਰ, ਤੇ ਉਹ ਤੁਸੀਂ ਸੁਣ ਸਕਦੇ ਹੋ। ਓਕੇ, ਥੈਂਕ ਯੂ। ਤੇ ਅਗਲੇ ਸੈਚਰਡੇ ਵੀ ਜਿਹੜੀ ਇਹ ਕਲਾਸ ਦੇ ਵਿੱਚ ਅਖੀਰਲੇ 2 ਸ਼ਬਦ ਹੋਣਗੇ। ਹਾਂਜੀ। ਤੇ ਫਿਰ ਉਸ ਤੋਂ ਅੱਗੇ ਜਿਹੜੀ ਸੈਚਰਡੇ ਹੋਊਗੀ ਉਹਦੇ ਵਿੱਚ ਅਸੀਂ ਕੀਤੀ ਸੀ ਸਲਾਹ, ਸਾਰੇ ਵੀਰਾਂ ਭੈਣਾਂ ਨੇ ਮੈਨੂੰ ਕਿਹਾ ਸੀ, ਤੇ ਭੋਗਲ ਜੀ ਵੀ ਤੇ ਕੁਲਦੀਪ ਕੌਰ ਭੈਣ ਜੀ ਤੇ ਹੋਰ ਵੀਰਾਂ ਭੈਣਾਂ ਨੇ, ਕਿ ਸੰਸਕ੍ਰਿਤੀ ਸ਼ਲੋਕ ਨੇ ਜਿਹੜੇ ਅਸੀਂ ਉਹਦੀ ਵਿਚਾਰ ਸ਼ੁਰੂ ਕਰਾਂਗੇ। ਓਕੇ ਓਕੇ, ਥੈਂਕ ਯੂ। ਹਾਂਜੀ, ਧੰਨਵਾਦ ਜੀ। ਤੇ ਨਰਿੰਦਰ ਸਿੰਘ ਜੀ ਤੁਸੀਂ। ਹਾਂਜੀ ਗਿਆਨੀ ਜੀ ਤੁਹਾਡੀ ਬਹੁਤ ਮਿਹਰਬਾਨੀ। ਲੱਗਦਾ ਸੀ ਕਿ ਬੜੀ ਈਜ਼ੀ ਬਾਣੀ ਹੈਗੀ ਹੈ ਵਾਲੀ ਸੁਖਮਨੀ ਸਾਹਿਬ ਦੀ, ਪਰ ਜਦੋਂ ਦੇ ਮੀਨਿੰਗ ਪਤਾ ਲੱਗੇ ਨਾ, ਹੁਣ ਪਤਾ ਲੱਗਾ ਕਿ ਨਹੀਂ, ਹੁਣ ਬਹੁਤ ਸਾਰਾ ਕੁਝ ਸਮਝ ਲੱਗਦੀ ਹੈਗੀ ਹੈ। ਥੈਂਕ ਯੂ, ਬਹੁਤ ਚੰਗੇ ਢੰਗ ਨਾਲ ਤੁਸੀਂ ਐਕਸਪਲੇਨ ਕਰ ਰਹੇ ਹੈਗੇ ਹੋ। ਥੈਂਕ ਯੂ ਵੀਰ ਜੀ। ਧੰਨਵਾਦ ਜੀ। ਧੰਨਵਾਦ ਜੀ ਨਰਿੰਦਰ ਸਿੰਘ ਜੀ। ਤੇ ਲੱਗਦਾ ਇਦਾਂ ਹੀ ਹੈ ਜੀ, ਕਿਉਂਕਿ ਪੰਜਾਬੀ ਦੇ ਵਿੱਚ ਲੱਗਦਾ ਸਰਲ ਆ ਉਹ, ਪਰ ਉਹਨਾਂ ਦੇ ਜਿਹੜੇ ਡੂੰਘੇ ਮਤਲਬ ਆ ਉਹ ਤਾਂ ਜਦੋਂ ਹੁਣ ਐਕਸਪਲੇਨ ਹੁੰਦੇ ਫੇਰ ਹੀ ਪਤਾ ਲੱਗਦਾ ਵੀ ਇਹ ਅਸੀਂ ਤਾਂ ਇਦਾਂ ਸੋਚਿਆ ਸੀ, ਐਕਚੁਅਲੀ ਉਹਨਾਂ ਦਾ ਮਤਲਬ ਕੁਝ ਹੋਰ ਨਿਕਲਿਆ, ਤੇ ਜਿੱਦਾਂ ਅੱਖਰੀ ਅਰਥ ਹੈਗੇ ਉਹ ਕਈ ਵਾਰੀ ਉਹਦਾ ਭਾਵ ਅਰਥ ਕੁਝ ਹੋਰ ਹੁੰਦਾ, ਤੇ ਇਸ ਤਰ੍ਹਾਂ ਮਤਲਬ ਖੋਲ ਕੇ ਪਤਾ ਲੱਗਦਾ ਜੀ। ਤੇ ਠੀਕ ਹੈ ਜੀ, ਮੈਂ ਫੇਰ ਇੱਕ ਵਾਰੀ ਬੇਨਤੀ ਕਰਦਾ ਜੀ, ਜਦੋਂ ਆਪਣੇ ਕਥਾ ਖਤਮ ਹੁੰਦੀ ਆ ਨਾ ਜੀ, ਉਸ ਵੇਲੇ ਤੁਸੀਂ ਅਨਮਿਊਟ ਹੋਣਾ ਸ਼ੁਰੂ ਕਰ ਦਿਆ ਕਰੋ, ਤਾਂ ਕਿ ਕਨਫਿਊਜ਼ਨ ਨਾ ਰਹੇ, ਕਿਉਂਕਿ ਮੈਂ ਤਾਂ ਹੁਣ ਸਮਾਪਤੀ ਕਰਨ ਲੱਗਾ ਸੀਗਾ ਜੀ ਉਸ ਵੇਲੇ, ਜਿਸ ਵੇਲੇ ਤੁਸੀਂ ਅਨਮਿਊਟ ਹੋਣ ਲੱਗੇ ਆ। ਮਾਈਂਡ ਨਹੀਂ ਕੋਈ ਵੀ, ਪਰ ਤੁਸੀਂ ਕੋਸ਼ਿਸ਼ ਕਰਿਆ ਕਰੋ, ਜੇ ਤੁਹਾਡੇ ਸਵਾਲ ਹੈਗੇ ਆ ਨਾ ਤਾਂ ਉਹ ਉਸ ਵੇਲੇ ਅਨਮਿਊਟ ਹੋ ਜਾਇਆ ਕਰੋ। ਠੀਕ ਹੈ ਜੀ, ਹੁਣ ਤਾਂ ਕੋਈ ਨਹੀਂ ਹੈਗਾ। ਗਿਆਨੀ ਜੀ ਤੁਸੀਂ ਕਿੰਨੇ ਵਜੇ ਜਾਣਾ ਚਾਹੁੰਦੇ ਉੱਥੇ? ਵੀਰ ਜੀ ਹੁਣ ਮੈਨੂੰ ਕੋਈ ਛੱਡ ਦੋ ਤਾਂ ਠੀਕ ਹੈ, ਜੇ ਹੈ ਟਾਈਮ ਤਾਂ। ਮੈਂ ਦੇਖਦਾ ਜੀ, ਮੈਂ ਤੁਹਾਨੂੰ ਟਾਈਮ ਪੁੱਛ ਰਿਹਾ ਸੀਗਾ ਵੀ ਤੁਸੀਂ ਕਿੰਨੇ ਕੁ ਵਜੇ ਉੱਥੇ ਲੇਟੈਸਟ ਜਾ ਸਕਦੇ ਆ? ਹੁਣ 2 ਵੱਜ ਗਏ ਨਾ, ਤੇ ਇੱਥੋਂ 3 ਵਜੇ ਛੱਡ ਦੋ ਤਾਂ ਵੀ ਚੱਲਦੇ ਕੰਮ, 3 ਵਜੇ ਚੱਲ ਪਈ। ਵੱਧ ਤੋਂ ਵੱਧ ਤੁਸੀਂ ਉੱਥੇ ਕਿੰਨੇ ਕੁ ਟਾਈਮ ਤੇ ਪਹੁੰਚਣਾ ਚਾਹੁੰਦੇ ਆ? ਉੱਥੇ ਮੈਂ 4:30 ਪੌਣੇ 5 ਪਹੁੰਚ ਜਾਵਾਂ। ਅੱਛਾ ਜੀ, ਮੈਂ ਪੁੱਛਗਿੱਛ ਕਰਦਾ ਜੀ, ਥੋੜੀ ਜਿਹੀ ਮੈਂ ਥੋੜੀ ਪ੍ਰੋਬਲਮ ਹੈ, ਮੈਂ ਉਹਦੇ ਮੁਤਾਬਕ ਮੈਂ ਤੁਹਾਡੇ ਕੋਲ ਟਾਈਮ ਪੁੱਛਿਆ ਸੀਗਾ, ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਮੈਂ ਤੁਹਾਡੇ ਕੋਲ ਆਉਣਾ ਮੁੜ ਕੇ। ਫਿਰ ਓਕੇ, ਤੇ ਫਿਰ ਮੈਂ ਟ੍ਰੇਨ ਤੇ ਨਾ ਜਾਵਾਂ ਨਾ? ਤੁਸੀਂ ਅਜੇ ਵੇਟ ਕਰ ਲਓ, ਮੈਨੂੰ ਮਾੜਾ ਜਿਹਾ 1-2 ਕਾਲਾਂ ਕਰ ਲੈਂਦੇ, ਤੇ ਉਹਦੇ ਬਾਅਦ ਚ ਮੈਂ ਤੁਹਾਡੇ ਨਾਲ ਗੱਲ ਕਰ ਲਾਂਗਾ। ਓਕੇ, ਚਲੋ ਮੈਂ 10 ਮਿੰਟ ਤੁਹਾਡੀ ਵੇਟ ਕਰਦਾ। ਮੈਂ ਸ਼ਾਮ ਨੂੰ ਕਥਾ ਕਰਨੀ ਉੱਥੇ ਜਾ ਕੇ, 5:30 ਵਜੇ ਕਥਾ ਕਰਨੀ ਉੱਥੇ। ਠੀਕ ਹੈ ਭਾਈ ਸਾਹਿਬ, ਠੀਕ, ਧੰਨਵਾਦ। ਠੀਕ, ਧੰਨਵਾਦ ਜੀ, ਧੰਨਵਾਦ ਜੀ ਸਾਰਿਆਂ ਦਾ। ਤੇ ਇੱਥੇ ਆਪਾਂ ਸਮਾਪਤੀ ਕਰਦੇ ਹਾਂ ਜੀ, ਤੇ ਆਪਾਂ ਕੱਲ ਨੂੰ ਫਿਰ 1 ਵਜੇ ਇੰਗਲੈਂਡ ਦੇ ਟਾਈਮ ਦੇ ਮੁਤਾਬਕ ਵਾਪਸ ਆਵਾਂਗੇ ਜੀ। ਉਦਾਂ ਹੀ ਛੁੱਟੀਆਂ ਲੈ ਲਈਏ, ਤੇ ਧੰਨਵਾਦ।
ਤੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ।